ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਵੱਖ-ਵੱਖ ਡਾਕਟਰਸ ਦੇ ਨਾਲ ਅਸੀਂ ਸਮੇਂ-ਸਮੇਂ ਦੇ ਉੱਤੇ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਹਾਂ। ਬਹੁਤ ਸਾਰੀਆਂ ਬਿਮਾਰੀਆਂ ਦੀ ਜਾਣਕਾਰੀ ਜਿਹੜੀ ਹੈ ਉਹ ਸਮੇਂ-ਸਮੇਂ 'ਤੇ ਦਿੰਦੇ ਰਹਿੰਦੇ ਹਾਂ। ਅਜਿਹੀਆਂ ਬਿਮਾਰੀਆਂ ਜਿਹੜੀਆਂ ਬਹੁਤ ਪੈਸਾ ਲਵਾਉਂਦੀਆਂ ਨੇ ਪਰ ਇਲਾਜ ਜਿਹੜਾ ਉਹਦਾ ਫਿਰ ਵੀ ਸੰਭਵ ਨਹੀਂ ਹੋ ਪਾਉਂਦਾ, ਪਰ ਉਹਦੇ ਬਾਵਜੂਦ ਵੀ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਕੁਝ ਅਜਿਹਾ ਇਲਾਜ, ਕੁਝ ਅਜਿਹੇ ਤਰੀਕੇ, ਕੁਝ ਅਜਿਹੇ ਘਰੇਲੂ ਨੁਸਖੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣ ਤਾਂ ਕਿ ਤੁਹਾਨੂੰ ਬਹੁਤ ਘੱਟ ਜਿਹੜਾ ਸਮਾਂ ਅਜਿਹਾ ਆਵੇ ਜਿਹਦੇ ਕਰਕੇ ਤੁਹਾਨੂੰ ਜਿਹੜਾ ਡਾਕਟਰਸ ਦੇ ਕੋਲ ਜਾਣਾ ਪਵੇ ਤੇ ਤੁਹਾਨੂੰ ਜਿਹੜਾ ਆਪਣੇ ਘਰ ਬੈਠ ਕੇ ਹੀ ਤੁਸੀਂ ਉਸ ਚੀਜ਼ ਤੋਂ ਉਹਦਾ ਇਲਾਜ ਕਰ ਸਕੋ, ਜਾਂ ਫਿਰ ਕੋਈ ਇਹੋ ਜਿਹੀ ਨੌਬਤ ਹੀ ਨਾ ਆਵੇ ਕਿ ਤੁਸੀਂ ਜਿਹੜਾ ਤੁਹਾਨੂੰ ਡਾਕਟਰਾਂ ਦੇ ਕੋਲ ਜਾਣਾ ਪਵੇ। ਅਜਿਹੇ ਹੀ ਇੱਕ ਰਿਸਪੈਕਟਡ ਡਾਕਟਰਸ ਦੇ ਨਾਲ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਦੰਦਾਂ ਦੇ ਮਾਹਰ ਨੇ, ਕਾਫੀ ਵੱਡਾ ਤਜਰਬਾ ਇਹਨਾਂ ਦੇ ਕੋਲ। ਮੈਂ ਤਾਂ ਇਹੀ ਕਹਾਂਗਾ ਕਿ ਜੇ ਜਿਹੜੇ ਦੰਦ ਜੇਕਰ ਕਿਸੇ ਨੇ ਨਿਕਲਵਾਉਣਾ ਹੋਵੇ ਤਾਂ ਇਹਨਾਂ ਤੋਂ ਵੱਡਾ ਐਕਸਪਰਟ ਮੇਰੇ ਨਜ਼ਰ 'ਚ ਕੋਈ ਨਜ਼ਰ ਨਹੀਂ ਆਇਆ ਹਾਲੇ ਤੱਕ। ਲੇਕਿਨ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਇਹ ਨੌਬਤ ਹੀ ਨਾ ਆਵੇ ਕਿਸੇ ਦੀ ਵੀ ਦੰਦ ਕੱਢਣਾ ਪਵੇ। ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਡਾਕਟਰ ਸਾਹਿਬ ਦੇ ਨਾਲ ਇੱਥੇ ਬੈਠੇ ਹਾਂ। ਚਰਚਾ ਕਰਾਂਗੇ ਕਿ ਦੰਦਾਂ ਦੇ ਵਿੱਚ ਆਖਰ ਖਰਾਬੀਆਂ ਆਉਂਦੀਆਂ ਕਿਉਂ ਨੇ, ਕਿਹੜੇ ਕਾਰਨ ਨੇ ਕਿ ਦੰਦ ਭੁਰਨ ਲੱਗ ਪਏ ਨੇ, ਕਿਹੜੇ ਕਾਰਨ ਨੇ ਕਿ ਦੰਦਾਂ ਨੂੰ ਕੀੜਾ ਯਾਨੀ ਕਿ ਕੈਵਿਟੀ, ਕੀੜਾ ਨਹੀਂ ਹੁੰਦਾ ਕੈਵਿਟੀ ਕਿਉਂ ਆ ਜਾਂਦੀ ਹੈ। ਇਸ ਤੋਂ ਇਲਾਵਾ ਦੰਦਾਂ ਦੇ ਵਿੱਚ ਹੋਰ ਅਜਿਹੀਆਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਨ੍ਹਾਂ ਕਰਕੇ ਡਾਕਟਰ ਸਾਹਿਬ ਕੋਲ ਆਉਣਾ ਪੈਂਦਾ ਹੈ ਤੇ ਡਾਕਟਰ ਸਾਹਿਬ ਦੀ ਇੰਨੀ ਕੁ ਮਹਾਰਤ ਹੋ ਗਈ ਕਿ ਦੰਦ ਬਾਹਰ ਕੱਢਣ ਦੀ ਇਹਨਾਂ ਕੋਲ ਮਹਾਰਤ ਆ ਗਈ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੇ ਡਾਕਟਰ ਸਾਹਿਬ, ਡਾਕਟਰ ਦੀਪ ਸਿੰਘ ਜੀ, ਪਿਛਲੀ ਵਾਰ ਮੈਂ ਗਲਤੀ ਨਾਲ ਤੁਹਾਡਾ ਨਾਮ ਗਲਤ ਬੋਲਤਾ ਸੀ, ਉਸ ਦੀ ਮਾਫੀ ਚਾਹੁੰਦਾ ਅੱਜ ਸਾਰੇ ਦਰਸ਼ਕਾਂ ਦੇ ਸਾਹਮਣੇ। ਡਾਕਟਰ ਦੀਪ ਸਿੰਘ ਜੀ, ਇਹ ਦੱਸੋ ਕਿ ਦੰਦਾਂ ਦੀਆਂ ਬਿਮਾਰੀਆਂ ਅੱਜ ਕੱਲ੍ਹ ਬਹੁਤ ਜ਼ਿਆਦਾ ਕਾਮਨ ਹੋ ਗਈਆਂ ਨੇ। ਹਰ ਦੂਜਾ ਬੰਦਾ ਜਿਹੜਾ ਉਹ ਦੰਦ ਫੜ ਕੇ ਬੈਠਾ ਤੇ ਅਕਸਰ ਜਿਵੇਂ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ ਤੇ ਦੰਦ ਗਿਆ ਤੇ ਸਵਾਦ ਗਿਆ। ਬਹੁਤ ਸਾਰੀ ਦੁਨੀਆ ਜਿਹੜੀ ਸਾਰੀ ਜ਼ਿੰਦਗੀ ਜਦੋਂ ਪੈਸਾ ਨਹੀਂ ਹੁੰਦਾ ਤੇ ਉਦੋਂ ਖਾਣ ਲਈ ਨਹੀਂ ਹੁੰਦਾ, ਤੇ ਜਦੋਂ ਖਾਣ ਲਈ ਮਿਲਦਾ ਤੇ ਉਦੋਂ ਦੰਦ ਨਹੀਂ ਜਿਹੜੇ ਇਜਾਜ਼ਤ ਦਿੰਦੇ। ਦੰਦਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਕਾਫੀ ਕਾਮਨ ਹੋ ਚੁੱਕੀਆਂ ਨੇ। ਇਨੀ ਦਿਨੀ ਕੁਛ ਪਿਛਲੇ ਇੱਕ ਦਹਾਕੇ ਤੋਂ ਕੁਛ ਜ਼ਿਆਦਾ ਵਧੀਆ ਨੇ, ਪਹਿਲਾਂ ਨਹੀਂ ਸੀ ਇੰਨੀਆਂ, ਇੱਕ ਦਹਾਕੇ ਤੋਂ ਕੁਛ ਜ਼ਿਆਦਾ ਵਧੀਆ ਨੇ। ਇਹਦੇ ਪਿਛਲੇ ਕੀ ਕਾਰਨ ਨੇ? ਕੀ ਆਪਾਂ ਜਿਹੜੇ RO ਦਾ ਚੱਲਣ ਵਧਿਆ ਉਹਦੇ ਪਿੱਛੇ ਉਹਦਾ ਵੀ ਇੱਕ ਕਾਰਨ ਹੋਇਆ, ਜਾਂ ਫਿਰ ਕੁਝ ਖਾਣ ਪੀਣ ਅਜਿਹਾ ਹੋਇਆ ਉਹਦਾ ਵੀ ਇੱਕ ਕਾਰਨ ਹੋਇਆ, ਜਾਂ ਫਿਰ ਲੋਕੀ ਘਰੇ ਹੀ ਬੜੇ ਬੈਠੇ ਰਹਿੰਦੇ ਨੇ ਉਹਦਾ ਵੀ ਇੱਕ ਕਾਰਨ ਹੋਇਆ? ਤੁਸੀਂ ਵਿਸਥਾਰ ਦੇ ਨਾਲ ਸ਼ੁਰੂ ਤੋਂ ਪਹਿਲਾਂ ਇੱਕੋ ਕਾਰਨ ਜਿਸ ਦੇ ਨਾਲ ਜਿਹੜੇ ਆਪਣੇ ਦੰਦਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਵਧੀਆਂ ਹੋਣ। ਦੇਖੋ, ਦੰਦਾਂ ਦੀਆਂ ਜਿਹੜੀਆਂ ਬਿਮਾਰੀਆਂ ਹੈ ਉਹ ਸ਼ੁਰੂਆਤੀ ਜਿਹੜਾ ਲੱਛਣ ਹੈ ਉਹ ਕੈਲਸ਼ੀਅਮ ਤੇ ਵਿਟਾਮਿਨ D ਦੀ ਕਮੀ ਨਾਲ ਹੁੰਦਾ ਹੈ। ਜਿਹੜਾ ਕੈਲਸ਼ੀਅਮ ਹੈ ਉਹ ਸਾਡੇ ਦੰਦਾਂ ਲਈ ਬਹੁਤ ਜ਼ਰੂਰੀ ਹੈ। ਸਾਡੇ ਦੰਦਾਂ ਦਾ ਇਨੈਮਲ ਹੈ, ਡੈਂਟਿਨ ਹੈ, ਇਸ ਤਰ੍ਹਾਂ ਜਿਹੜੇ ਸਾਡੇ ਪੋਰਸ਼ਨ ਨੇ ਉਹ ਕੈਲਸ਼ੀਅਮ ਤੇ ਵਿਟਾਮਿਨ D ਬਣਾਉਂਦਾ ਹੈ। ਹੁਣ ਕਾਰਨ ਕੀ? ਮਾਫੀ ਚਾਹੁੰਦਾ, ਦੰਦ ਦੀ ਬਣਤਰ ਜਿਹੜੀ ਹੈ ਉਹ ਤੁਸੀਂ ਥੋੜ੍ਹੀ ਜਿਹੀ ਦਰਸ਼ਕਾਂ ਨੂੰ ਸੌਖਾ ਹੋ ਜਾਏਗਾ ਸਮਝਣਾ ਕਿ ਦੰਦ ਜਿਹੜਾ ਉਹ ਕਿੰਨੇ ਪਾਰਟ 'ਚ ਬਣਿਆ ਹੁੰਦਾ, ਕਿਵੇਂ ਬਣਤਰ ਬਣਦੀ ਹੈ, ਤਾਂ ਕਿ ਉਹ ਫਿਰ ਕਿੱਦਾਂ ਉਹ ਖਰਾਬ ਹੋਣਾ ਸ਼ੁਰੂ ਹੁੰਦਾ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਦੇਖੋ, ਜਿਹੜਾ ਦੰਦ ਹੈ ਉਹਦਾ ਜਿਹੜਾ ਸ਼ੁਰੂਆਤੀ ਆਪਣਾ ਜਿਹੜਾ ਏਰੀਆ ਹੈ ਉਹਨੂੰ ਅਸੀਂ ਇਨੈਮਲ ਕਹਿੰਦੇ ਹਾਂ। ਇਨੈਮਲ ਜਿਹੜੀ ਬਾਹਰਲੇ ਪਾਸੇ ਵਾਲੀ ਪਰਤ ਹੈ, ਚਮਕਦਾਰ ਪਰਤ, ਉਹਦੇ ਨੀਚੇ ਡੈਂਟਿਨ ਹੁੰਦਾ ਹੈ। ਡੈਂਟਿਨ ਦੇ ਨੀਚੇ ਪਲਪ ਹੁੰਦਾ ਹੈ। ਪਲਪ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਕਾਰਨਰ ਪਲਪ, ਇੱਕ ਹੁੰਦੀ ਹੈ ਰੈਡੀਕੂਲਰ ਪਲਪ। ਇਹਨੂੰ ਆਪਾਂ ਨਸਾਂ ਕਹਿ ਦਿੰਦੇ ਹਾਂ ਬੇਸਿਕਲੀ ਪੰਜਾਬੀ ਦੇ ਵਿੱਚ। ਜੇ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਾਂ ਤਾਂ ਜਿਹੜੀਆਂ ਪਲਪ ਹੈ ਉਹਨੂੰ ਨਸਾਂ ਕਿਹਾ ਜਾਂਦਾ ਹੈ। ਨਸਾਂ ਜਿਹੜੀਆਂ ਨੇ ਉਹ ਦੰਦਾਂ ਦੇ ਉੱਪਰ ਵੀ ਹੁੰਦੀਆਂ, ਨੀਚੇ ਵੀ ਹੁੰਦੀਆਂ। ਹੁਣ ਮੰਨ ਲਓ ਇੱਕ ਬੰਦੇ ਨੂੰ ਠੰਡਾ ਤੱਤਾ ਲੱਗ ਰਿਹਾ ਹੈ, ਉਹਦੇ 'ਚ ਕੀ ਹੈ ਕਿ ਉਹਦੀ ਨਸ ਤੱਕ ਉਹਦੀ ਇਨਫੈਕਸ਼ਨ ਪਹੁੰਚ ਚੁੱਕੀ ਹੈ, ਜਾਂ ਉਹਦੇ ਦੰਦ 'ਚ ਕੈਵਿਟੀ ਹੋ ਗਈ। ਉਹ ਕੈਵਿਟੀ ਨਾਲ ਦੰਦ ਦੇ ਵਿੱਚ ਜਦੋਂ ਰੋਟੀ ਪਾਣੀ ਕੁਝ ਖਾਂਦਾ ਉਹ ਫਸਦਾ, ਉਹ ਨਸ ਨੂੰ ਜਾ ਕੇ ਟੱਚ ਹੁੰਦਾ। ਤਾਂ ਕਈ ਵਾਰੀ ਕੀ ਹੁੰਦਾ ਹੈ, ਦੋ ਤਰੀਕਿਆਂ ਨਾਲ ਪ੍ਰੋਬਲਮ ਆਉਂਦੀ ਹੈ। ਜੇ ਕਾਰਨਲ ਪਲਪ ਖਰਾਬ ਹੋ ਗਈ ਤਾਂ ਕੈਵਿਟੀ ਬਣ ਜਾਂਦੀ ਹੈ, ਜੇ ਰੈਡੀਕੂਲਰ ਪਲਪ ਖਰਾਬ ਹੋ ਗਈ ਤਾਂ ਪੇਸ਼ੈਂਟ ਦਾ ਦੰਦ ਹੀ ਟੁੱਟ ਜਾਂਦਾ ਹੈ। ਕਾਰਨਰ ਤੇ ਰੈਡੀਕੂਲਰ ਪਲਪ, ਇਹ ਥੋੜਾ ਜਿਹਾ ਸਮਝਾਓ। ਕਾਰਨਰ ਪਲਪ ਕਿੱਥੇ ਹੁੰਦੀ ਹੈ, ਰੈਡੀਕੂਲਰ ਪਲਪ ਕਿੱਥੇ ਹੁੰਦੀ ਹੈ? ਦੇਖੋ, ਜਿਹੜਾ ਪੋਰਸ਼ਨ ਜਦੋਂ ਅਸੀਂ ਗੱਲ ਕਰਦੇ ਹਾਂ, ਜਿਹੜਾ ਪੋਰਸ਼ਨ ਸਾਨੂੰ ਦਿਖ ਰਿਹਾ, ਜਿਹੜਾ ਮਸੂੜੇ ਦੇ ਉੱਪਰ ਵਾਲਾ ਪੋਰਸ਼ਨ ਹੈ ਉਹਨੂੰ ਕਾਰਨਲ ਪਲਪ ਕਿਹਾ ਜਾਂਦਾ ਹੈ। ਜਿਹੜਾ ਮਸੂੜੇ ਦੇ ਵਿੱਚ ਹੈ ਉਹਨੂੰ ਰੈਡੀਕੂਲਰ ਪਲਪ ਕਿਹਾ ਜਾਂਦਾ ਹੈ, ਅੰਦਰ ਵਾਲਾ। ਜਿਹੜਾ ਜਦੋਂ ਆਪਾਂ ਦੰਦ ਕੱਢਦੇ ਹਾਂ ਤੇ ਉਦੋਂ ਹੀ ਆਪਾਂ ਨੂੰ ਦਿਖਦਾ ਹੈ ਜਾਂ ਆਪਾਂ ਨੂੰ ਐਕਸਰੇ 'ਚ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਜੇ ਆਪਾਂ ਕਲੀਨਿਕਲੀ ਗੱਲ ਕਰਦੇ ਹੋਈਏ ਉਸ ਤਰ੍ਹਾਂ ਨਹੀਂ ਨਜ਼ਰ ਆਉਂਦਾ, ਕਾਰਨਲ ਪਲਪ ਦਿਖਦਾ ਹੈ। ਸੋ ਹੁੰਦਾ ਕੀ ਹੈ, ਜਦੋਂ ਆਪਾਂ ਕੁਛ ਵੀ ਮਤਲਬ ਜਿੱਦਾਂ ਮੰਨ ਲਓ ਕੋਈ ਛੋਟੀ ਜਿਹੀ ਕੈਵਿਟੀ ਹੋ ਗਈ। ਹੁਣ ਇਹਦਾ ਸਭ ਤੋਂ ਵੱਡਾ ਕਾਰਨ ਹੈ, ਇੱਕ ਤਾਂ ਸਨਲਾਈਟ ਦੀ ਬੜੀ ਪ੍ਰੋਬਲਮ ਹੈ। ਆਪਾਂ ਲੋਕ ਏਸੀਆਂ 'ਚ ਰਹਿੰਦੇ ਹਾਂ, ਗੱਡੀਆਂ ਵੀ ਏਸੀਆਂ ਹੋ ਗਈਆਂ, ਘਰ 'ਚ ਵੀ ਏਸੀ ਹੋ ਗਏ, ਤਾਂ ਇੱਕ ਤਾਂ ਸਨਲਾਈਟ ਅਸੀਂ ਲੈਂਦੇ ਨਹੀਂ। ਦੂਸਰੀ ਗੱਲ ਹੈ ਸਾਡੀ
ਖੁਰਾਕ ਹੈ, ਜਿਹੜਾ ਖੁਰਾਕ ਦਾ ਮੁੱਦਾ, ਕੈਲਸ਼ੀਅਮ ਦੀ ਕਮੀ ਬਹੁਤ ਜ਼ਿਆਦਾ ਹੈ, ਕਿਉਂਕਿ ਕੈਲਸ਼ੀਅਮ ਨੂੰ ਕੰਮ 'ਚ ਲਿਆਉਣਾ ਵਿਟਾਮਿਨ ਡੀ ਦਾ ਕੰਮ ਹੈ। ਸੋ ਇਸ ਕਰਕੇ ਇਹ ਦੋਨੋਂ ਚੀਜ਼ਾਂ ਆਪਸ 'ਚ ਜੁੜੀਆਂ ਹੋਈਆਂ ਨੇ। ਤੁਸੀਂ ਦੇਖੋ ਹੁਣ ਅੱਜ ਕੱਲ੍ਹ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ ਨੇ, ਸਾਡੇ ਕੋਲ ਕਿਤਨੇ ਇਸ ਤਰ੍ਹਾਂ ਦੇ ਕੇਸ ਆਉਂਦੇ ਆ, ਛੋਟੇ ਛੋਟੇ ਬੱਚਿਆਂ ਨੂੰ ਕੈਵਿਟੀਆਂ ਨੇ, ਉਹਨਾਂ ਦੇ ਦੰਦਾਂ ਦਾ ਬੁਰਾ ਹਾਲ ਹੈ। ਹੁਣ ਕਾਰਨ ਕੀ ਹੈ? ਬੱਚਿਆਂ ਨੇ ਕੁਰਕਰੇ, ਚਿਪਸ, ਲੇਸ ਸਿਖਾਉਣਾ। ਇਹ ਤਿੰਨੋਂ ਚੀਜ਼ਾਂ ਸਰੀਰ 'ਚ ਐਸਿਡ ਦੀ ਮਾਤਰਾ ਵਧਾਉਂਦੀਆਂ ਨੇ। ਜਿੰਨਾ ਬੋਡੀ ਦੇ ਵਿੱਚ ਐਸਿਡ ਹੋਏਗਾ ਓਨੀ ਜਲਦੀ ਦੰਦ ਨੂੰ ਕੈਵਿਟੀ ਹੋਏਗੀ। ਮਤਲਬ ਕੈਵਿਟੀ ਇਨ ਦਾ ਸੈਂਸ ਇਹ ਹੈ ਕਿ ਦੰਦ ਉਸ ਜਗ੍ਹਾ ਤੋਂ ਭੁਰ ਜਾਏਗਾ। ਜਦੋਂ ਦੰਦ ਭੁਰੇਗਾ, ਕੁਝ ਵੀ ਖਾਓਗੇ ਉਸ 'ਚ ਫਸੇਗਾ, ਉਹ ਫਸਦੇ ਕੋਰਨਲ ਤੇ ਰੈਡੀਕੂਲਰ ਪਲਪ ਤੱਕ ਜਾਏਗਾ, ਨਸਾਂ ਤੱਕ ਜਾਏਗਾ, ਤਾਂ ਉਹ ਇਨਫੈਕਸ਼ਨ ਹੋਏਗੀ। ਹੁਣ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਦੇ ਵਿੱਚ ਦੇਖੋ ਪੱਸ ਭਰ ਰਹੀ ਹੈ ਮੂੰਹ ਦੇ ਵਿੱਚ, ਛੋਟੇ ਛੋਟੇ ਬੱਚਿਆਂ ਨੂੰ ਐਂਟੀਬਾਇਓਟਿਕ ਲੈਣੀ ਪੈ ਰਹੀ ਹੈ, ਪੇਨ ਕਿਲਰ ਲੈਣਾ ਪੈ ਰਿਹਾ। ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਮਾਂ-ਬਾਪ ਹੈ ਉਹਨਾਂ ਦੇ ਜਿਹੜੀ ਪਰਵਰਿਸ਼ ਦੇ ਵਿੱਚ ਦਿੱਕਤ ਹੈ। ਹਰ ਗੱਲ ਬੱਚੇ ਦੀ ਮੰਨੀ ਜਾਣੀ। ਕਿਉਂ ਪਹਿਲਾਂ ਕੀ ਹੁੰਦਾ ਸੀ, ਦੇਖੋ ਤੁਸੀਂ ਵੀ, ਇੱਕ ਤਾਂ ਖੁਰਾਕ ਵਧੀਆ ਸੀ। ਇਹ ਜਿਤਨੇ ਜੰਕ ਫੂਡ ਦੀਆਂ ਰੇਹੜੀਆਂ ਹੁਣ ਹੈ ਇਤਨੀਆਂ ਪਹਿਲਾਂ ਨਹੀਂ ਸੀ ਹੁੰਦੀਆਂ। ਜਿਵੇਂ ਤੁਸੀਂ ਦਹਾਕੇ ਦੀ ਗੱਲ ਕਰੀ, ਮੈਂ ਉਹੀ ਗੱਲ ਆਪ ਜੀ ਨੂੰ ਦੱਸ ਰਿਹਾ ਕਿ ਇਤਨਾ ਰੇਹੜੀਆਂ ਜਿਹੜੀਆਂ ਜੰਕ ਫੂਡ ਦੀਆਂ, ਸ਼ਾਮ ਨੂੰ ਤੁਸੀਂ ਕਿਤੇ ਵੀ ਚਲੇ ਜਾਓ, ਜਿਹੜੀ ਵੀ 버ਗਰ ਦੀ, ਨਿਊਡਲ ਦੀ ਰੇਹੜੀ ਹੈ, ਨੌਜਵਾਨ ਉੱਥੇ ਸਭ ਤੋਂ ਜ਼ਿਆਦਾ ਮਿਲਣਗੇ। ਉਹਦਾ ਰੀਜ਼ਨ ਕੀ ਹੈ? ਐਸਿਡ ਬਣ ਰਿਹਾ ਬੋਡੀ ਦੇ ਵਿੱਚ। ਹੁਣ ਐਸਿਡ ਕਰਕੇ ਹੀ ਸਾਨੂੰ ਫੈਟੀ ਲੀਵਰ ਦੀ ਪ੍ਰੋਬਲਮ ਆ ਰਹੀ ਹੈ। ਹੁਣ ਆਪਾਂ ਕਹਿੰਦੇ ਇਹ ਤਾਂ ਮਿਹਦਾ ਕਮਜ਼ੋਰ ਹੈ ਜੀ, ਇਹਨੂੰ ਕੁਝ ਖਾਇਆ ਪੀਆ ਪ੍ਰੋਪਰ ਹਜਮ ਨਹੀਂ ਹੁੰਦਾ। ਹੁਣ ਜਿਹੜਾ ਪੋਰਸ਼ਨ ਆਪਣੇ ਹਜਮ ਨਹੀਂ ਹੋਏਗਾ ਉਹ ਐਸਿਡ ਬਣਾਏਗਾ। ਜਦੋਂ ਐਸਿਡ ਬਣੇਗਾ ਗਲੇ ਦੇ ਵਿੱਚ ਵੀ ਐਸਿਡ, ਸਾਨੂੰ ਖੱਟੇ ਡਕਾਰ ਆਉਣਗੇ, ਉਹ ਐਸਿਡ ਮੂੰਹ ਦੇ ਵਿੱਚ ਰਹੇਗਾ। ਜਦੋਂ ਹੁਣ ਇੱਕ ਪੇਸ਼ੈਂਟ ਕਹਿੰਦਾ ਮੇਰੇ ਮੂੰਹ 'ਚੋਂ ਬੜੀ ਸਮੈਲ ਆ ਰਹੀ ਹੈ ਜੀ, ਉਹ ਸਮੈਲ ਆਉਣ ਦਾ ਕਾਰਨ ਕੀ ਹੈ? ਬੋਡੀ 'ਚ ਐਸਿਡ ਹੈ ਜੀ। ਜੇ ਅਸੀਂ ਉਹਨੂੰ ਪੁੱਛੀਏ ਵੀ ਤੁਹਾਡੇ ਗੈਸ ਤੇਜ਼ਾਬ ਬਣਦਾ, ਹਾਂਜੀ ਜੀ ਮੈਨੂੰ ਪ੍ਰੋਬਲਮ ਹੈ ਜੀ, ਕਬਜ਼ ਦੀ ਪ੍ਰੋਬਲਮ ਹੈ, ਐਸਿਡ ਦੀ ਪ੍ਰੋਬਲਮ ਹੈ। ਸੋ ਇਸ ਕਰਕੇ ਜਿਹੜਾ ਇਹ ਐਸਿਡਿਟੀ ਹੈ ਇਹ ਸਾਡੇ ਖਾਣ ਪੀਣ ਕਰਕੇ ਬਣ ਰਹੀ ਹੈ, ਜਿਹੜੇ ਕੁਰਕਰੇ, ਚਿਪਸ, ਲੇਜ਼ ਹੈ, ਮੈਂ ਆਪਣਾ ਇਸ ਕਰਕੇ। ਸੋ ਇਹ ਜਿਹੜੀਆਂ ਪ੍ਰੋਬਲਮ ਨੇ ਨਾ, ਇਹ ਇਹਨਾਂ ਨਾਲ ਬੜੀ ਜ਼ਿਆਦਾ ਰਿਲੇਟਡ ਹੈ। ਸੋ ਹੁੰਦਾ ਕੀ ਹੈ, ਜਦੋਂ ਸਰੀਰ ਦੇ ਵਿੱਚ ਐਸਿਡ ਦੀ ਮਾਤਰਾ ਵਧੇਗੀ, ਪੀਐਚ ਸਾਡਾ ਐਸਿਡਿਕ ਹੋਏਗਾ, ਤਾਂ ਸਾਡੇ ਦੰਦਾਂ ਵਿੱਚ ਕੈਵਿਟੀਆਂ ਹੋਣਗੀਆਂ। ਜਦੋਂ ਕੈਵਿਟੀਆਂ ਹੋਣਗੀਆਂ, ਰੋਟੀ ਪਾਣੀ ਫਸੇਗਾ, ਉਹ ਸਾਡੇ ਵਿੱਚ ਨੀਚੇ ਜਾ ਕੇ ਰੇਸ਼ਾ ਬਣਾਏਗਾ। ਕੋਰਨਲ ਪਰ, ਰੈਡੀਕੂਲਰ ਪਰ ਸਾਡੀ ਖਰਾਬ ਹੋ ਜਾਏਗੀ। ਜਦੋਂ ਰੇਸ਼ਾ ਵੱਧ ਜਾਏਗਾ, ਪੇਸ਼ੈਂਟ ਦੇ ਬਾਹਰਲੇ ਪਾਸੇ ਸਵੈਲਿੰਗ ਆ ਜਾਏਗੀ, ਮੂੰਹ ਸੁੱਜ ਗਿਆ ਜੀ, ਉਹ ਰੇਸ਼ਾ ਭਰ ਗਿਆ। ਹੁਣ ਕਈ ਵਾਰੀ ਕੀ ਹੁੰਦਾ, ਅਸੀਂ ਇਹ ਵੀ ਦੇਖਿਆ ਹੈ, ਜਦੋਂ ਅਸੀਂ ਮੰਨ ਲਓ ਹੁਣ ਪੇਸ਼ੈਂਟ ਨੂੰ ਅਸੀਂ ਸੁੰਨ ਕਰਕੇ ਕੋਈ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ, ਮੰਨ ਲਓ ਅਸੀਂ ਦੰਦ ਨੂੰ ਡੈਡ ਕਰਨਾ ਹੈ, ਤਾਂ ਮੈਂ ਇਤਨਾ ਹੈਰਾਨ ਹੁੰਨਾ ਕਈ ਵਾਰੀ, ਜਸਟ ਲਾਈਕ ਏ ਫਾਊਂਟੇਨ, ਜਿੱਦਾਂ ਫੁਹਾਰਾ ਹੁੰਦਾ, ਅਸੀਂ ਦੰਦ ਨੂੰ ਹਲਕਾ ਜਿਹਾ ਖੋਲ੍ਹਿਆ ਤੇ ਫੁਹਾਰੇ ਵਾਂਗੂ ਪੱਸ ਬਾਹਰ ਆਈ। ਇਤਨੀ ਜ਼ਿਆਦਾ ਪੱਸ ਬਾਹਰ ਆਉਂਦੀ ਹੈ। ਉਸ ਤੋਂ ਬਾਅਦ ਪੇਸ਼ੈਂਟ ਕਹਿੰਦਾ ਇੱਦਾਂ ਜਿੱਦਾਂ ਨਾ ਹੋਕਾ ਜਾਂਦਾ, ਸਾਹ ਆਉਂਦਾ ਪੇਸ਼ੈਂਟ ਨੂੰ ਵੀ ਹਾਂ ਹੁਣ ਮੇਰੀ ਪੇਨ ਦੂਰ ਹੋਈ। ਕਾਰਨ ਕੀ ਹੈ? ਉਹ ਪੇਨ ਕਿਉਂ ਹੋਈ? ਪੇਨ ਇਜ਼ ਅ ਸਾਈਨ, ਪੇਨ ਇਜ਼ ਅ ਸਿੰਪਟਮ। ਜਦੋਂ ਰੇਸ਼ਾ ਵੱਧ ਗਿਆ, ਪੱਸ ਵੱਧ ਗਈ, ਪੇਸ਼ੈਂਟ ਨੂੰ ਪੇਨ ਹੋ ਗਈ, ਠੀਕ ਹੈ। ਤੇ ਪੇਨ ਦੂਰ ਕਿੱਦਾਂ ਹੋਊਗੀ? ਜੇ ਉਹਦਾ ਕਾਰਨ ਦੂਰ ਹੋਊਗਾ। ਉਹਦਾ ਕਾਰਨ ਕੀ ਹੈ? ਰੇਸ਼ਾ ਭਰ ਗਿਆ, ਪੱਸ ਭਰ ਗਈ। ਪੱਸ ਵਾਸਤੇ ਐਂਟੀਬਾਇਓਟਿਕ ਅਸੀਂ ਦਿੰਦੇ ਹਾਂ ਖਾਣ ਲਈ, ਬਟ ਕਈ ਵਾਰੀ ਕੀ ਹੁੰਦਾ, ਆਲੇ ਦੁਆਲੇ ਨਸਾਂ ਦੇ ਵਿੱਚ ਇੰਨੀ ਜ਼ਿਆਦਾ ਫੈਲ ਗਈ ਕਿ ਉਹ ਆਪ ਕੱਢਣੀ ਪੈਂਦੀ ਹੈ। ਉਹਨੂੰ ਅਸੀਂ ਆਪਣੀ ਲੈਂਗੁਏਜ ਸਕਸ਼ਨ ਮਸ਼ੀਨ ਨਾਲ ਉਹਨੂੰ ਅਸੀਂ ਡਰੇਨ ਆਊਟ ਕਰਕੇ ਅਸੀਂ ਕੱਢਦੇ ਹਾਂ, ਤਾਂ ਪੇਸ਼ੈਂਟ ਨੂੰ ਰਿਲੀਫ ਮਿਲਦਾ ਹੈ। ਹੁਣ ਕਾਰਨ ਕੀ ਹੈ? ਜਦੋਂ ਇੱਕ ਮੰਨ ਲਓ ਆਪਾਂ ਇੱਕ ਦੰਦ ਦਾ ਕੋਈ ਇਲਾਜ ਕਰਾ ਲਿਆ, ਮੰਨ ਲਓ ਇੱਕ ਦੰਦ 'ਤੇ ਆਪਾਂ ਪੈਸਾ ਖਰਚ ਲਿਆ, ਉਹਨੂੰ ਡੈਡ ਕਰਾ ਲਿਆ, ਕੈਪ ਕਰਾ ਲਿਆ। ਹੁਣ ਉਹ ਪੇਸ਼ੈਂਟ 6 ਮਹੀਨੇ ਸਾਲ ਬਾਅਦ ਦੂਸਰੇ ਕਿਸੇ ਹੋਰ ਦੰਦ ਲਈ ਆ ਰਿਹਾ। ਉਹਦਾ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਸਾਡਾ ਖਾਣ ਪੀਣ, ਕਿਤੇ ਨਾ ਕਿਤੇ ਸਾਡੀ ਬੋਡੀ ਦੇ ਵਿੱਚ ਐਸਿਡ ਦੀ ਮਾਤਰਾ, ਕਿਤੇ ਨਾ ਕਿਤੇ ਸਾਡੀ ਬੋਡੀ 'ਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਮੀ। ਹੁਣ ਮੈਂ ਇੱਕ ਇਹ ਵੀ ਅਜਮਾਇਆ, ਅਸੀਂ ਆਪਣੇ ਕਲੀਨਿਕਲੀ ਪ੍ਰੈਕਟੀਕਲ ਕੀਤਾ ਪੇਸ਼ੈਂਟਾਂ ਦੇ ਉੱਪਰ। ਜਦੋਂ ਸਾਨੂੰ ਲੱਗਦਾ ਹੈ ਕਿ ਇਹ ਪੇਸ਼ੈਂਟ ਸਾਡੇ ਕੋਲੇ ਬਾਰ-ਬਾਰ ਆ ਰਿਹਾ, ਮੰਨ ਲਓ ਇੱਕ ਦੰਦ ਦਾ ਇਲਾਜ ਕਰਾ ਗਿਆ, ਫਿਰ ਦੂਸਰੇ ਕੁਆਡਰੈਂਟ ਦਾ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਆਪ ਜੀ ਨੂੰ ਦੱਸਣਾ ਚਾਹੁੰਦਾ, ਅਸੀਂ ਦੰਦਾਂ ਨੂੰ 4 ਭਾਗਾਂ 'ਚ ਡਿਵਾਈਡ ਕੀਤਾ ਹੋਇਆ ਡਾਕਟਰਾਂ ਨੇ। ਪਹਿਲਾ ਭਾਗ, ਦੂਸਰਾ ਭਾਗ, ਤੀਸਰਾ ਭਾਗ, ਚੌਥਾ ਭਾਗ, ਜਿਹਨੂੰ ਅਸੀਂ 4 ਕੁਆਡਰੈਂਟ ਕਹਿੰਦੇ ਹਾਂ। ਹੁਣ 4 ਕੁਆਡਰੈਂਟ ਦੇ ਵਿੱਚ ਹੀ, ਚਾਰਾਂ ਦੇ ਵਿੱਚ ਹੀ ਸੈਂਟਰਲ ਸਾਈਜ਼ਰ, ਲੇਟਰਲ ਸਾਈਜ਼ਰ, ਕਨਾਈਨ, 2 ਪ੍ਰੀ ਮੋਲਰ, 2 ਮੋਲਰ, ਇਸ ਤਰ੍ਹਾਂ ਮਤਲਬ ਇਹ ਦੰਦਾਂ ਦੀ ਬਣਤਰ ਹੈ। 14 ਦੰਦ ਆਪਣੇ ਉੱਪਰ ਹੁੰਦੇ ਆ, 14 ਨੀਚੇ ਹੁੰਦੇ ਆ, 28 ਦੰਦ ਹੁੰਦੇ ਆ। ਹੁਣ ਮੰਨ ਲਓ ਇੱਕ ਪੇਸ਼ੈਂਟ ਆਇਆ ਮੇਰੇ ਕੋਲੇ 6 ਮਹੀਨੇ ਸਾਲ ਪਹਿਲਾਂ ਉਹ ਸੱਜੇ ਦਾ ਇਲਾਜ ਕਰਾ ਕੇ ਗਿਆ, ਹੁਣ ਉਹ ਮੇਰੇ ਕੋਲੇ ਖੱਬੇ ਦਾ ਆ ਰਿਹਾ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਖਾਣ ਪੀਣ ਹੈ, ਕਿਤੇ ਨਾ ਕਿਤੇ ਐਸਿਡਿਟੀ ਦੀ ਪ੍ਰੋਬਲਮ ਹੈ। ਫਿਰ ਜਦੋਂ ਅਸੀਂ ਉਹਨਾਂ ਦੇ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਚੈੱਕ ਕਰਾਉਂਦੇ ਹਾਂ, ਵਿਟਾਮਿਨ ਡੀ ਇਤਨਾ ਘੱਟ ਆ ਰਿਹਾ ਅੱਜ ਦੇ ਟਾਈਮ 'ਚ ਪੇਸ਼ੈਂਟਾਂ ਦੇ ਵਿੱਚ 8-8, 9-9 ਦੀ ਮਾਤਰਾ ਆ ਰਹੀ ਹੈ, ਜਦ ਕਿ ਘੱਟੋ ਘੱਟ ਵੀ ਜਿਹੜਾ ਸਫੀਸ਼ੀਐਂਟ ਹੈ ਉਹ 30 ਤੋਂ ਲੈ ਕੇ 100 ਤੱਕ ਹੋਣਾ ਚਾਹੀਦਾ। ਸੋ ਕਿਸੇ ਦਾ 9 ਆ ਰਿਹਾ, ਕੈਲਸ਼ੀਅਮ ਹੈ ਜਿਹੜਾ ਘੱਟੋ ਘੱਟ 8 ਤੋਂ 12 ਦੇ ਵਿੱਚ ਜੋ ਰੇਂਜ ਆ ਹੋਣੀ ਚਾਹੀਦੀ ਹੈ, 5-5 ਆ ਰਿਹਾ, 4-4 ਆ ਰਿਹਾ, ਜਿਹਦੇ ਕਰਕੇ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਵੀ ਹੋ ਰਹੀ ਹੈ, ਪਿੱਛੇ ਪਿੱਠ ਦੀ ਪ੍ਰੋਬਲਮ ਵੀ ਹੋ ਰਹੀ ਹੈ। ਦੇਖੋ ਜਿਹੜੀ ਵੀ ਚੀਜ਼ ਹੈ, ਕੈਲਸ਼ੀਅਮ ਹੈ, ਉਹ ਇਕੱਲਾ ਦੰਦਾਂ ਵਾਸਤੇ ਨਹੀਂ ਚਾਹੀਦਾ, ਸਾਨੂੰ ਸਾਰੇ ਸਰੀਰ ਲਈ ਚਾਹੀਦਾ। ਵਿਟਾਮਿਨ ਡੀ ਇਕੱਲੇ ਦੰਦਾਂ ਲਈ ਨਹੀਂ ਚਾਹੀਦਾ, ਸਾਰੇ ਸਰੀਰ ਲਈ ਚਾਹੀਦਾ। ਦੰਦ ਗਏ, ਸਵਾਦ ਗਿਆ, ਨੋਰਮਲ ਗੱਲ ਹੈ। ਉਹਦਾ ਕਾਰਨ ਹੈ ਹੁਣ ਆਪਾਂ ਦੰਦਾਂ ਦੇ ਵਿੱਚ ਇਨਫੈਕਸ਼ਨ ਹੈ, ਪੱਸ ਭਰੀ ਹੋਈ ਹੈ, ਕੋਈ ਮੰਨ ਲਓ ਅਸੀਂ ਕੁਝ ਖਾ ਰਹੇ ਹਾਂ, ਉਹ ਪੱਸ ਸਾਡੇ ਸਰੀਰ 'ਚ ਜਾਏਗੀ, ਸਾਡਾ ਪੇਟ ਖਰਾਬ ਕਰੇਗੀ, ਹੈ ਨਾ, ਸਾਡੀ ਬੋਡੀ ਖਰਾਬ ਕਰੇਗੀ। ਇੱਕ ਤਰ੍ਹਾਂ ਇਹ ਘਰ ਦਾ ਦਰਵਾਜ਼ਾ ਹੈ, ਜੇ ਘਰ ਦੇ ਦਰਵਾਜ਼ੇ 'ਚ ਆਪਾਂ ਗੰਦਗੀ ਰੱਖਾਂਗੇ ਤਾਂ ਅੰਦਰ ਵੀ ਗੰਦਗੀ ਜਾਏਗੀ। ਸੋ ਇਸ ਕਰਕੇ ਮੇਰੀ ਤਾਂ ਇਹ ਹੈ ਕਿ ਤੁਹਾਡੇ ਥਰੂ ਤੁਸੀਂ ਬੜਾ ਇੱਕ ਅੱਛਾ ਉਪਰਾਲਾ ਕੀਤਾ ਕਿ ਅਵੇਅਰਨੈਸ ਕਰਨੀ, ਜਾਗਰੂਕ ਕਰਨਾ। ਸੋ ਜਾਗਰੂਕ ਆਪਾਂ ਤਾਂ ਹੀ ਕੀਤਾ ਜਾ ਸਕਦਾ ਜੇ ਅਸੀਂ ਐਸਿਡਿਟੀ ਕੰਟਰੋਲ ਕਰਾਂਗੇ, ਅਸੀਂ ਸਨਲਾਈਟ ਪ੍ਰੋਪਰ ਲਵਾਂਗੇ, ਅਸੀਂ ਆਪਣਾ ਖਾਣ ਪੀਣ ਦਾ ਧਿਆਨ ਕਰਾਂਗੇ। ਸੋ ਜਿਸ ਤਰ੍ਹਾਂ ਇਹ ਪ੍ਰੋਬਲਮ ਆ ਰਹੀ ਹੈ, ਹੁਣ ਪ੍ਰੋਬਲਮ ਕੀ ਹੈ?
ਹੁਣ ਮੰਨ ਲਓ ਚਲੋ ਕੈਲਸ਼ੀਅਮ ਵਿਟਾਮਿਨ ਡੀ ਹੋ ਗਈ। ਹੁਣ ਸ਼ੂਗਰ ਪੇਸ਼ੈਂਟਸ ਕੀ ਪ੍ਰੋਬਲਮ ਹੈ, ਸ਼ੂਗਰ ਪੇਸ਼ੈਂਟ ਦੇ ਵਿੱਚ ਇਹ ਬੜੀ ਦਿੱਕਤ ਹੈ, ਜਦੋਂ ਅਸੀਂ ਦੰਦ ਕੱਢਦੇ ਹਾਂ ਹੁਣ ਉਹਨਾਂ 'ਚ ਬਲੀਡਿੰਗ ਨਹੀਂ ਹੁੰਦੀ, ਬਲੀਡਿੰਗ ਨਹੀਂ ਰੁਕਦੀ, ਮਤਲਬ ਹੀਲਿੰਗ ਨਹੀਂ ਹੁੰਦੀ। ਹੀਲਿੰਗ ਦਾ ਪ੍ਰੋਸੈਸ ਡਿਲੇ ਹੈ ਕਿਉਂਕਿ ਪਲੇਟਲੈਟ ਸੈੱਲ ਹੈ ਜਿਹੜੇ, ਹੁਣ ਪਲੇਟਲੈਟ ਸੈੱਲ ਹੈ ਜਿਹੜੇ ਸਾਡੇ, ਉਹ ਖੂਨ ਰੋਕਣ ਦੇ ਵਿੱਚ ਬੜੀ ਵੱਡਾ ਯੋਗਦਾਨ ਕਰਦੇ ਆ। ਪਲੇਟਲੈਟ ਸੈੱਲ ਇਕੱਠੇ ਨਹੀਂ ਹੋਣਗੇ ਬੰਦੇ ਦਾ ਖੂਨ ਨਹੀਂ ਰੁਕੇਗਾ। ਹੁਣ ਮੰਨ ਲਓ ਕਿਸੇ ਪੇਸ਼ੈਂਟ ਦਾ ਰੱਬ ਨਾ ਕਰੇ ਦੰਦ ਨਿਕਲ ਗਿਆ, ਮੰਨ ਲਓ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਜਿਹੜਾ ਸਾਡਾ ਸੌਫਟ ਟਿਸ਼ੂ ਹੈ, ਮਸੂੜਾ ਹੈ, ਉਹ ਇੰਨਾ ਜ਼ਿਆਦਾ ਫੁੱਲ ਜਾਂਦਾ ਹੈ, ਉਹ ਆਪਣੇ ਆਪ ਪੇਸ਼ੈਂਟ ਦਾ ਦੰਦ ਨਿਕਲ ਜਾਂਦਾ ਹੈ ਆਪਣੇ ਆਪ ਹਿੱਲ ਕੇ। ਉਹਦੇ ਵਿੱਚ ਕੀ ਹੈ, ਪੇਸ਼ੈਂਟ ਦੀ ਬਲੀਡਿੰਗ ਨਹੀਂ ਰੁਕੀ। ਜੇ ਬਲੀਡਿੰਗ ਨਹੀਂ ਰੁਕੇਗੀ, ਪਲੇਟਲੈਟ ਸੈੱਲ ਹੈ ਉਹ ਇਕੱਠੇ ਨਹੀਂ ਹੋਣਗੇ। ਹੁਣ ਪ੍ਰੋਬਲਮ ਕੀ ਆਏਗੀ, ਹਾਈਪੋਕਸੀਆ ਹੁੰਦਾ, ਇੱਕ ਆਕਸੀਜਨ ਦੀ ਮਾਤਰਾ ਦੀ ਕਮੀ ਹੋ ਜਾਣੀ। ਜਦੋਂ ਬਲੀਡਿੰਗ ਰੁਕਣੀ ਨਹੀਂ, ਆਕਸੀਜਨ ਦੀ ਕਮੀ ਹੋਏਗੀ, ਆਕਸੀਜਨ ਦੀ ਕਮੀ ਹੋਏਗੀ, ਪੇਸ਼ੈਂਟ ਬੇਹੋਸ਼ ਹੋ ਕੇ ਗਿਰ ਵੀ ਸਕਦਾ ਹੈ, ਪੇਸ਼ੈਂਟ ਨੂੰ ਸੰਕੋਪ ਵੀ ਆ ਸਕਦਾ ਹੈ, ਪੇਸ਼ੈਂਟ ਨੂੰ ਹੋਰ ਪ੍ਰੋਬਲਮ ਵੀ ਹੋ ਸਕਦੀਆਂ। ਸੋ ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਹਾਂ ਦਵਾਈ ਨਾਲੋਂ ਪਰਹੇਜ਼ ਚੰਗਾ। ਹੁਣ ਮੈਨੂੰ ਕਈ ਪੇਸ਼ੈਂਟ ਪੁੱਛਦੇ ਆ ਡਾਕਟਰ ਸਾਹਿਬ ਜੀ ਅਸੀਂ ਕਿਹੜੀ ਚੀਜ਼ ਦਾ ਪਰਹੇਜ਼ ਕਰੀਏ, ਤਾਂ ਅਸੀਂ ਕਹਿੰਦੇ ਹਾਂ ਚਾਵਲ ਹੋ ਗਏ, ਰਾਜਮਾ ਹੋ ਗਏ, ਚਿੱਟੇ ਛੋਲੇ ਹੋ ਗਏ, ਕੜੀ ਹੋ ਗਈ, ਭਾਈ ਇਹ 4 ਚੀਜ਼ਾਂ ਤੁਸੀਂ ਨਹੀਂ ਖਾਣੀਆਂ ਜਦ ਤੱਕ ਇਲਾਜ ਚੱਲਦਾ। ਉਹਦਾ ਕਾਰਨ ਕੀ ਹੈ, ਇਹ ਚਾਰੋਂ ਦੀ ਚਾਰੋਂ ਚੀਜ਼ਾਂ ਪੱਸ ਬਣਾਉਂਦੀਆਂ, ਰੇਸ਼ਾ ਬਣਾਉਂਦੀਆਂ, ਬੈ ਵਾਲੀ ਚੀਜ਼ਾਂ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ। ਸੋ ਇਸ ਕਰਕੇ ਅਸੀਂ, ਸਾਡਾ ਜਿਹੜਾ ਹੈ ਇਹ ਹੈ ਕਿ ਅਸੀਂ ਆਪਣਾ ਖਾਣ ਪੀਣ ਹੀ ਸਾਡਾ ਬਹੁਤ ਵਿਗੜਿਆ ਹੋਇਆ। ਖਾਣ ਪੀਣ ਤੋਂ ਹੀ ਗੱਲਾਂ ਸ਼ੁਰੂ ਹੁੰਦੀਆਂ। ਹੁਣ ਮੰਨ ਲਓ ਅਸੀਂ ਆਪਣਾ ਕੀ ਕਹਿੰਦੇ ਆ, ਜਿਹੜੀ ਚੀਜ਼ ਸਾਨੂੰ ਗ੍ਰੀਨ ਵੈਜੀਟੇਬਲਸ ਹੈ, ਜਿਹੜੀ ਚੀਜ਼ ਨੇ ਸਾਨੂੰ ਨਿਊਟ੍ਰੀਸ਼ਨ ਦੇਣਾ ਹੈ, ਕੋਈ ਸਾਨੂੰ ਤਾਕਤ ਦੇਣੀ, ਉਹ ਤਾਂ ਅਸੀਂ ਖਾਂਦੇ ਨਹੀਂ। ਹੁਣ ਅਸੀਂ ਪੀਜ਼ੇ ਵੱਲ, ਬਰਗਰਾਂ ਵੱਲ ਭੱਜ ਰਹੇ ਹਾਂ ਬਹੁਤ ਜ਼ਿਆਦਾ। ਹੁਣ ਸਾਡੇ ਕਿੰਨੇ ਹੀ ਆਪਣਾ ਬਰਗਰ ਪੀਜ਼ਿਆਂ ਦੇ ਕਿੰਨੇ ਹੀ ਆਊਟਲੈਟ ਖੁੱਲ੍ਹ ਗਏ। ਉਹਦਾ ਕਾਰਨ ਕੀ ਹੈ ਕਿ ਸਾਡੀ ਖਾਣ ਪੀਣ ਦੀ ਮਾਤਰਾ ਹੀ ਉੱਧਰ ਜਾ ਰਹੀ ਹੈ। ਅਸੀਂ ਜਿਹੜੀ ਚੀਜ਼ ਸਾਨੂੰ ਬੋਡੀ ਨੂੰ ਚਾਹੀਦੀ ਉਹ ਤਾਂ ਅਸੀਂ ਲੈ ਨਹੀਂ ਰਹੇ। ਜਿਹੜੀ ਚੀਜ਼ ਸਾਡੇ ਲਈ ਬੋਗਸ ਹੈ, ਸਿਰਫ ਸਾਡੇ ਲਈ ਇੱਕ ਆਪਣਾ ਕੀ ਕਹਿੰਦੇ ਆ, ਮਤਲਬ ਸਿਰਫ ਸਾਨੂੰ ਪੇਟ ਜ਼ਰੂਰ ਭਰ ਰਹੀ ਹੈ ਪਰ ਸਾਨੂੰ એનર્ਜੀ ਨਹੀਂ ਦੇ ਰਹੀ। ਸਵਾਦ ਪਿੱਛੇ ਜਾ ਰਿਹਾ ਬੰਦਾ। 4 ਇੰਚ ਦੀ ਜੀਭ ਹੈ, ਉੱਥੋਂ ਤੱਕ ਸਵਾਦ ਹੈ ਬਸ। ਹੁਣ ਜਿਵੇਂ ਗੁਰਬਾਣੀ 'ਚ ਵੀ ਲਿਖਿਆ ਹੈ, ਆਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਲਿਖਿਆ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਇੱਕ ਇਹ ਸਮਝਾਉਣ ਦਾ ਤਰੀਕਾ ਗੁਰੂ ਪਾਤਸ਼ਾਹ ਦਾ, ਗੁਰੂ ਅਮਰਦਾਸ ਮਹਾਰਾਜ ਦਾ ਸਮਝਾਉਣ ਦਾ ਤਰੀਕਾ। ਉਦੋਂ ਤੱਕ ਜਿਹੜਾ ਇਹ ਰਸਨਾ ਦੇ ਵਿੱਚ ਰਸ ਨਹੀਂ ਆਊਗਾ, ਜਦ ਤੱਕ ਤੂੰ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਹਾਂ, ਜਦ ਤੱਕ ਤੂੰ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਦੇਖੋ ਉਹਦੇ ਵਿੱਚ ਇਹ ਹੈ ਕਿ ਸਿਰਫ ਅਸੀਂ ਸਵਾਦ ਪਿੱਛੇ ਖਾ ਰਹੇ ਹਾਂ, ਅਸੀਂ એનર્ਜੀ ਪਿੱਛੇ ਨਹੀਂ ਖਾ ਰਹੇ। ਇਹ ਬੜੀ ਇੱਕ ਦਿੱਕਤ ਹੈ। ਹੁਣ ਤੁਸੀਂ ਦੇਖੋ ਇਤਨੀ ਜ਼ਿਆਦਾ ਸ਼ੂਗਰ ਬੀਪੀ ਦੀ ਪ੍ਰੋਬਲਮ ਇਤਨੀ ਵੱਧ ਗਈ, ਜਿਹੜੀ ਕਿ ਤੁਸੀਂ ਜਿਵੇਂ ਬਿਲਕੁਲ ਠੀਕ ਕਿਹਾ, ਪਿਛਲੇ ਦਹਾਕਿਆਂ 'ਚ ਇੰਨੀ ਪ੍ਰੋਬਲਮ ਨਹੀਂ ਸੀ। ਹੁਣ ਹਰ ਘਰ ਦੇ ਵਿੱਚ 2-3 ਪੇਸ਼ੈਂਟ ਬੀਪੀ ਦੇ, ਸ਼ੂਗਰ ਦੇ ਆਮ ਪ੍ਰੋਬਲਮ ਹੋ ਗਈ, ਜਦ ਕਿ ਪਹਿਲਾਂ ਪ੍ਰੋਬਲਮ ਹੀ ਨਹੀਂ ਸੀ ਹੁੰਦੀ ਇਹ, ਹੈ ਨਾ। ਹੁਣ ਜਾਂ ਤਾਂ ਇਹ ਲਾ ਲਓ ਵੀ ਮਸ਼ੀਨਰੀ ਦੀ ਘਾਟ ਲਾ ਲਓ, ਬਟ ਜੇ ਅਸੀਂ ਚਲੋ ਕਈ ਮਰੀਜ਼ ਇੱਦਾਂ ਦੀ ਗੱਲ ਕਰਦੇ ਆ ਕੇ ਕਿ ਮਸ਼ੀਨਰੀ ਦੀ ਪਹਿਲਾਂ ਘਾਟ ਸੀ ਜੀ ਤਾਂ ਇਹ ਦਿੱਕਤ ਸੀ। ਮੈਂ ਇਹ ਗੱਲ ਨੂੰ ਕਹਿਣਾ ਚਲੋ ਮਸ਼ੀਨਰੀ ਦੀ ਘਾਟ ਸੀ, ਹੁਣ ਜੋ ਟੈਕਨੋਲੋਜੀਆਂ ਪਹਿਲਾਂ ਨਹੀਂ ਸੀ, ਪਰ ਪਹਿਲਾਂ ਬਜ਼ੁਰਗ 80-80, 90-90 ਸਾਲ ਦੇ ਜਿੰਦੇ ਸੀ, ਉਹਨਾਂ ਦੇ ਠੀਕ ਹੁੰਦੇ ਸੀ, ਦੰਦ ਠੀਕ ਹੁੰਦੇ ਸੀ, ਨਾਲੇ ਉਹ ਦੰਦ ਦੇ ਉਹਨਾਂ ਦਾ ਕਰਨ ਦਾ ਤਰੀਕਾ ਵੀ ਅਲੱਗ ਹੀ ਹੁੰਦਾ ਸੀਗਾ। ਹਾਂ, ਦੰਦਾਂ ਦਾ ਉਹਨਾਂ ਦਾ ਸਫਾਈ ਰਹਿੰਦੀ ਸੀ ਔਰ 80-80 ਸਾਲ ਤੱਕ ਦੰਦ ਉਹਨਾਂ ਦੇ ਮਸੂੜੇ ਨਾਲ ਬਿਲਕੁਲ ਇੰਟੈਕਟ ਜੁੜੇ ਹੋਏ ਰਹਿੰਦੇ ਸੀ। ਕੋਈ ਉਹਨਾਂ ਨੂੰ ਦਿੱਕਤ ਨਹੀਂ ਸੀ, ਕੋਈ ਉਹਨਾਂ ਦੇ ਪਾਇਰੀਆ ਦੀ ਪ੍ਰੋਬਲਮ ਨਹੀਂ ਸੀ, ਕੋਈ ਬਲੀਡਿੰਗ ਦੀ ਪ੍ਰੋਬਲਮ ਨਹੀਂ ਸੀ। ਹੁਣ ਚਾਹੇ ਉਦੋਂ ਸੰਦ, ਮਸ਼ੀਨਾਂ, ਟੈਕਨੋਲੋਜੀ ਘੱਟ ਸੀ ਬਟ ਸਰੀਰ ਕਾਇਮ ਸੀ। ਉਹਦਾ ਕਾਰਨ ਕੀ ਸੀ, ਉਹ ਜੰਕ ਫੂਡ ਨਹੀਂ ਸੀ ਖਾਂਦੇ, ਘਰ ਦੀ ਖੁਰਾਕ ਖਾਣੀ, ਘਰ ਦੀ ਵਧੀਆ ਹਰੀ ਸਬਜ਼ੀਆਂ ਆਪਦੀਆਂ ਉਗਾਈਆਂ ਹੋਈਆਂ ਆਪਦੀਆਂ ਖਾਣੀਆਂ, ਨਿੰਮ ਦੇ ਦਾਤਨ ਕਰਨੇ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਮਸਲ ਨੂੰ ਸਟਰੋਂਗ ਕਰਦੀਆਂ ਨੇ। ਹੁਣ ਕਈ ਪੇਸ਼ੈਂਟ 'ਚ ਇਹ ਬੜੀ ਪ੍ਰੋਬਲਮ ਹੈ, ਮੈਂ ਅੱਜ ਕੱਲ੍ਹ ਬੜਾ ਹੈਰਾਨ ਹੋ ਰਿਹਾ ਜੀ, ਬੱਚਿਆਂ ਦੇ ਵਿੱਚ ਬੜੀ ਪ੍ਰੋਬਲਮ ਹੈ, ਮਾਊਥ ਨਹੀਂ ਖੁੱਲਦਾ ਜੀ, ਮਤਲਬ ਮਾਊਥ ਓਪਨਿੰਗ ਹੀ ਘਟ ਗਈ ਹੈ। ਮਤਲਬ ਹੁਣ ਚਮਚ ਨਾਲ ਖੋਲ ਕੇ ਬੱਚੇ ਖਾਂਦੇ ਆ। ਕਾਰਨ ਕੀ ਹੈ, ਮਸਲਸ ਨੇ ਜਿਹੜੇ, ਉਹ ਮਸਲਸ ਡਿਵੈਲਪ ਹੀ ਨਹੀਂ ਹੋਏ, ਜਾਂ ਉਹਨਾਂ ਦਾ ਜਿਹੜਾ ਇੱਥੇ ਮੈਂਡੀਬਲ ਹੈ, ਕੰਡਾਈਲਰ ਹੈ, ਉਹ ਆਪਸ 'ਚ ਜੁੜਿਆ ਹੋਇਆ ਵਿਟਾਮਿਨ ਡੀ ਦੀ ਕਮੀ ਕਰਕੇ। ਅਕਲਜਾੜ ਜਿਹਨੂੰ ਕਹਿੰਦੇ ਆਪਾਂ। ਹਾਂ, ਉਹ ਅਕਲਜਾੜ ਇੱਕ ਸੈਪਰੇਟ ਗੱਲ ਹੈ ਜੀ। ਇਹ ਮਸਲ ਹੈ ਜਿਹੜੀ ਉੱਪਰ, ਜਿਹਨੂੰ ਆਪਾਂ ਜੁਆਇੰਟਸ ਕਹਿੰਦੇ ਆ, ਮਤਲਬ ਪੇਸ਼ੈਂਟਾਂ ਦੇ ਨਾ ਇਸ ਜਗ੍ਹਾ ਤੇ ਕੰਨ ਦੇ ਨੀਚੇ ਮੈਂਡੀਬਲ ਹੁੰਦਾ, ਮੈਂਡੀਬਲ ਦਾ ਐਂਗਲ ਤੇ ਉਹਦਾ ਕੰਡਾਈਲਰ ਹੈ, ਉਹ ਆਪਸ ਇਦਾਂ ਕਰਕੇ ਜੁੜਦਾ ਤੇ ਉਹ ਜਦੋਂ ਖੋਲਦੇ ਆ ਬੰਦ ਕਰਦੇ ਆ, ਉਹ ਇੰਨਾ ਜ਼ਿਆਦਾ ਆਪਸ ਟੇਢਾ ਹੋ ਜਾਂਦਾ, ਉਹਦਾ ਐਂਗਲ ਹੀ ਚੇਂਜ ਹੋ ਜਾਂਦਾ ਕਿ ਬੱਚੇ ਦੀ ਮਾਊਥ ਓਪਨਿੰਗ ਹੀ ਨਹੀਂ ਹੈਗੀ। ਇਹ ਬੜੀ ਪ੍ਰੋਬਲਮ ਹੈ। ਮੰਨ ਲਓ ਜੇ ਸਾਡੇ ਕੋਲ ਦਿਨ 'ਚ 10 ਮਰੀਜ਼ ਆ ਰਹੇ ਹੈ, 10 ਤੋਂ 3-4 ਮਰੀਜ਼ ਇਹ ਆਉਂਦੇ ਆ ਕਿ ਸਾਡੀ ਨਾ ਜੀ ਮੂੰਹ ਨਹੀਂ ਖੁੱਲਦਾ, ਛੋਟੇ ਛੋਟੇ ਬੱਚਿਆਂ ਨੂੰ ਪ੍ਰੋਬਲਮ ਹੈ। ਕਾਰਨ ਕੀ ਹੈ ਕਿ ਇਤਨੀ ਜ਼ਿਆਦਾ ਬੋਡੀ ਦੇ ਵਿੱਚ ਲਿਗਾਮੈਂਟਸ ਨੇ, ਜਿਹੜੇ ਸਾਡੇ ਮਸਲਸ ਨੇ, ਉਹ ਇਤਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਕਿ ਸਾਡੀ ਜਿਹੜੀ ਰੋਟੀ ਦੀ ਚੱਬਣ ਸ਼ਕਤੀ ਹੈ ਉਹ ਵੀ ਖਤਮ ਹੁੰਦੀ ਜਾ ਰਹੀ ਹੈ। ਜਦ ਕਿ ਆਪਾਂ ਜਿਹੜੀ ਮੈਡੀਕਲ ਸਾਇੰਸ ਹੈ ਜਾਂ ਹੋਰ ਹੈ, ਉਹ ਇੱਕ ਵਾਰੀ ਜਿਹੜੀ 32 ਵਾਰੀ ਕਹਿੰਦੇ ਆ ਵੀ ਚਬਾ ਕੇ ਖਾਓ 32 ਦੰਦਾਂ ਨਾਲ, ਤਾਂ ਪਰ ਉਹ ਖਤਮ ਹੀ ਹੋਈ ਜਾ ਰਹੀ ਹੈ, ਨੌਜਵਾਨਾਂ 'ਚ ਖਤਮ ਹੋਈ ਜਾ ਰਹੀ ਹੈ। ਕਿਉਂਕਿ ਕਾਰਨ ਕੀ ਹੈ, ਕੋਲਡ ਡਰਿੰਕ ਲੈ ਲਿਆ, ਬਰਗਰ ਲੈ ਲਏ, ਪੀਜ਼ੇ ਲੈ ਲਏ, ਸਰੀਰ ਦਾ ਸੱਤਿਆਨਾਸ਼ ਹੋ ਰਿਹਾ। ਸੋ ਜਿਵੇਂ ਹੁਣ ਮੰਨ ਲੈ ਇਹਦੇ 'ਚ ਪ੍ਰੋਬਲਮ ਕੀ ਆ ਰਹੀ ਹੈ, ਜਿਵੇਂ ਸਾਨੂੰ ਹਾਰਟ ਅਟੈਕ ਬੜੇ ਹੋਰ ਕਾਮਨ ਹੋ ਗਏ, ਸਾਇਲੈਂਟ ਹਾਰਟ ਅਟੈਕ ਹੋ ਗਏ, ਦੂਸਰੇ ਹੋ ਗਏ। ਉਹਦਾ ਰੀਜ਼ਨ ਕੀ ਹੈ, ਜਿਹੜਾ ਇਹ ਸਾਡੇ ਬੋਡੀ ਦੇ ਵਿੱਚ ਇਤਨੇ ਜ਼ਿਆਦਾ ਇਹ ਫੈਟ ਸਾਡੇ ਵੱਧ ਜਾਂਦਾ ਹੈ, ਸਾਡੀ ਨਸਾਂ 'ਚੋਂ ਪਾਸ ਨਹੀਂ ਹੁੰਦਾ। ਜਦੋਂ ਪਾਸ ਨਹੀਂ ਹੁੰਦਾ, ਉਹ ਕਿਤੇ ਨਾ ਕਿਤੇ ਬਲੋਕੇਜ ਕਰ ਦਿੰਦਾ। ਜਦੋਂ ਬਲੋਕੇਜ ਕਰ ਦਿੰਦਾ, ਉਦੋਂ ਅਟੈਕ ਆ ਜਾਂਦਾ। ਸੋ ਸਾਨੂੰ ਜਿਹੜੀ ਹੈ ਇਹ pH ਦਾ ਲੈਵਲ ਨੋਰਮਲ ਰੱਖਣਾ ਚਾਹੀਦਾ ਹੈ, ਸਾਨੂੰ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਪਲੱਸ ਜੇ ਸਾਨੂੰ ਕੋਈ ਲੱਗਦਾ ਕਿ ਸਾਡੇ ਦੰਦ ਦੇ ਵਿੱਚ ਕੋਈ ਕੈਵਿਟੀ ਹੈ, ਕੋਈ ਕੀੜਾ ਲੱਗ ਗਿਆ,
ਆ, ਇੱਕ ਤਰ੍ਹਾਂ ਚਲੋ ਇਹ ਸਟਾਫਾਈਲੋਕੋਕਸ ਤੇ ਸਟ੍ਰੈਪਟੋਕੋਕਸ 2 ਬੈਕਟੀਰੀਆ ਹੁੰਦੇ ਆ ਜਿਹੜੇ ਦੰਦਾਂ ਨੂੰ ਖਰਾਬ ਕਰਦੇ ਆ, ਠੀਕ ਹੈ। ਉਦੋਂ ਜਦੋਂ ਆਪਾਂ ਦੰਦ ਨੂੰ ਟਾਈਮ ਸਿਰ ਭਰਾ ਲਿਆ, ਫਿਰ ਦੰਦਾਂ ਦੀ ਕੈਵਿਟੀ ਅੱਗੇ ਨਹੀਂ ਵੱਧਦੀ। ਹੁਣ ਸਾਡੀ ਪ੍ਰੋਬਲਮ ਕੀ ਹੈ, ਅਸੀਂ ਜਦੋਂ ਪ੍ਰੋਬਲਮ ਸਟਾਰਟ ਹੋਈ ਉਦੋਂ ਤਾਂ ਅਸੀਂ ਡਾਕਟਰ ਕੋਲੇ ਜਾਣਾ ਨਹੀਂ, ਜਦੋਂ ਸਿਰੇ ਲੱਗ ਗਿਆ ਕੰਮ ਉਦੋਂ ਅਸੀਂ ਡਾਕਟਰ ਕੋਲੇ ਜਾਣਾ। ਹੁਣ ਉਦੋਂ ਸਾਡੇ ਕੋਲੇ ਕੀ ਹੁੰਦਾ, ਉਦੋਂ ਸਾਡੇ ਕੋਲ ਕੋਈ ਹੱਲ ਹੀ ਨਹੀਂ, ਅਸੀਂ ਦੰਦ ਕੱਢਣਾ ਪੈਂਦਾ। ਜੇ ਮੰਨ ਲਓ ਇਹੀ ਬੰਦਾ ਸਾਡੇ ਕੋਲੇ ਜਦੋਂ ਪ੍ਰੋਬਲਮ ਸ਼ੁਰੂ ਹੋਈ ਉਦੋਂ ਹੀ ਆ ਜਾਏ, ਉਦੋਂ ਕੈਵਿਟੀ ਨੂੰ ਉਹਨੂੰ ਫੀਲਿੰਗ ਕਰਾ ਲਵੇ, ਕੈਲਸ਼ੀਅਮ ਦੀ ਫੀਲਿੰਗ ਆਉਂਦੀ ਹੈ, ਹੋਰ ਕਈ ਤਰ੍ਹਾਂ ਦੀ ਫੀਲਿੰਗ ਆਉਂਦੀਆਂ, ਉਹ ਭਰਵਾ ਲੇ ਤਾਂ ਉਹ ਦੰਦ ਉਹਦਾ ਬਚ ਜਾਂਦਾ। ਅੱਗੇ ਉਹਦੀ ਨਾ ਉਹਨੂੰ ਰੇਸ਼ਾ ਭਰੇ, ਨਾ ਉਹਦੇ ਪੱਸ ਭਰੇ, ਨਾ ਉਹਦੇ ਦਰਦ ਹੋਵੇ, ਉਹਦਾ ਆਪਦਾ ਦੰਦ ਵੀ ਬਚ ਜੇ। ਸੋ ਜਦੋਂ ਕੰਮ ਹੀ ਇੱਦਾਂ ਵੱਧ ਗਿਆ, ਨੀਚੇ ਹੱਡੀ ਤੱਕ, ਰੂਟ ਤੱਕ ਉਹਦੇ ਇਨਫੈਕਸ਼ਨ ਬਣ ਗਈ, ਆਪਣਾ ਸਿਸਟ ਬਣ ਗਿਆ, ਲੀਜ਼ਨ ਬਣ ਗਿਆ, ਠੀਕ ਹੈ। ਹੁਣ ਤੁਸੀਂ ਦੇਖੋ ਦੰਦਾਂ ਦੇ ਵਿੱਚ ਰਸੋਲੀਆਂ ਪਹਿਲਾਂ ਕਈ ਦਿਨ ਕਿਸੇ ਨੇ ਸੁਣਿਆ ਹੋਣੀਆਂ, ਹੁਣ ਕਦੇ ਵੀ ਨਹੀਂ ਸੁਣੇ। ਹੁਣ ਦੰਦਾਂ 'ਚ ਰਸੋਲੀਆਂ ਹੋ ਰਹੀਆਂ ਜੀ। ਦੰਦਾਂ 'ਚ ਰਸੋਲੀਆਂ ਕਿੱਦਾਂ ਦੀਆਂ? ਮਤਲਬ ਦੰਦਾਂ 'ਚ ਰਸੋਲੀਆਂ ਪੱਸ ਦਾ ਗੋਲਾ ਬਣ ਜਾਂਦਾ ਜੀ। ਜਿਹੜੀ ਦੰਦ ਦੀ ਰੂਟ ਹੁੰਦੀ ਹੈ, ਜਿਵੇਂ ਮੰਨ ਲਓ ਰੂਟ ਹੈ, ਰੂਟ ਦੇ ਨੀਚੇ ਪੂਰਾ ਇੱਕ ਗੋਲਾ ਪੱਸ ਦਾ ਬਣ ਜਾਂਦਾ। ਮਤਲਬ ਉਹ ਆਪਾਂ ਪਾਣੀ ਵਰਗਾ ਕਹਿ ਸਕਦੇ, ਪਾਣੀ ਵਰਗਾ ਸਿਸਟ ਹੋ ਗਿਆ ਜੀ, ਉਹ 'ਚ ਪੱਸ ਭਰੀ ਹੁੰਦੀ ਹੈ। ਹੁਣ ਕਈ ਪੇਸ਼ੈਂਟ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ, ਮੰਨ ਲਓ ਦੰਦ ਤੇ ਮਸੂੜੇ ਦੇ ਸਾਈਡ ਤੇ ਖੱਬੇ ਪਾਸੇ ਇੱਕ ਸਾਈਨਸ ਬਣ ਜਾਂਦਾ ਹੈ ਗੋਲ ਜੇ ਕਲਰ ਦਾ, ਉਹਦੇ ਵਿੱਚੋਂ ਜੋ ਅਸੀਂ ਉਹਨੂੰ ਦੱਬਦੇ ਹਾਂ ਉਹ 'ਚੋਂ ਪੱਸ ਬਾਹਰ ਆਉਂਦੀ ਹੈ, ਉਹਨੂੰ ਅਸੀਂ ਸਾਈਨਸ ਕਹਿੰਦੇ ਹਾਂ ਆਪਣੀ ਲੈਂਗੁਏਜ। ਤਾਂ ਇਹ ਬੜੀ ਕਾਮਨ ਚੀਜ਼ ਹੈ, ਜਦ ਕਿ ਪਹਿਲਾਂ ਰਸੋਲੀਆਂ ਕਦੀ ਸੁਣੀਆਂ ਹੀ ਨਹੀਂ ਸੀ, ਸਿਸਟ ਕਦੀ ਸੁਣਿਆ ਹੀ ਨਹੀਂ ਸੀ। ਹੁਣ ਸਿਸਟ ਇਤਨੇ ਕੁ ਕਾਮਨ ਹੋ ਗਏ ਦੰਦਾਂ ਦੇ ਵਿੱਚ। ਉਹਦਾ ਕਾਰਨ ਕੀ ਹੈ, ਸਾਡੀਆਂ ਜਿਹੜੀਆਂ ਨਲੈਕੀਆਂ ਨੇ, ਅਸੀਂ ਟਾਈਮ ਸਿਰ ਗੌਰ ਨਹੀਂ ਕਰਦੇ, ਅਸੀਂ ਟਾਈਮ ਸਿਰ ਦੰਦ ਨੂੰ ਭਰਾਉਂਦੇ ਨਹੀਂ, ਤੇ ਇਹ ਸਭ ਤੋਂ ਵੱਡੀਆਂ ਪ੍ਰੋਬਲਮ ਨੇ। ਹੁਣ ਕਈ ਜਿਹੜੇ ਲੋਕ ਨੇ ਉਹ ਕਹਿੰਦੇ ਅਸੀਂ ਨਾ ਜੀ ਨਾ ਗਰਮ ਖਾ ਸਕਦੇ ਹਾਂ ਨਾ ਠੰਡਾ ਖਾ ਸਕਦੇ ਹਾਂ। ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਹੈ ਇਨੈਮਲ ਉਹਨਾਂ ਦਾ ਖਤਮ ਹੋ ਗਿਆ। ਇਨੈਮਲ ਇਜ਼ ਅਪਰ ਲੇਅਰ ਐਂਡ ਆਊਟਰ ਲੇਅਰ ਆਫ ਦਾ ਟੀਥ, ਜਿੰਨੇ ਸਾਨੂੰ ਠੰਡੇ ਤੱਤ ਤੋਂ ਪ੍ਰੋਟੈਕਟ ਕਰਨਾ। ਹੁਣ ਜਦੋਂ ਇਨੈਮਲ ਲੇਅਰ ਘਸ ਗਈ, ਉਹਦੇ ਵਿੱਚ ਕੀ ਹੈ, ਜਾਂ ਤਾਂ ਅਸੀਂ ਉਹਨੂੰ ਜਿਵੇਂ ਸੈਂਸੋਡਾਈਨਾ ਪੇਸਟਾਂ ਚੱਲੀਆਂ ਹੋਈਆਂ ਅੱਜ ਕੱਲ੍ਹ, ਹੈ ਨਾ, ਉਹਦੇ ਵਿੱਚ ਹੁੰਦਾ ਕੀ ਹੈ, ਪੋਟਾਸ਼ੀਅਮ ਨਾਈਟ੍ਰੇਟਡ ਟ੍ਰਾਈਕਲੋਸਨ ਹੈ। ਹੁਣ ਪੋਟਾਸ਼ੀਅਮ ਨਾਈਟ੍ਰੇਟਡ ਟ੍ਰਾਈਕਲੋਸਨ ਇਨੈਮਲ ਨੂੰ ਰਿਪੇਅਰ ਕਰ ਦਿੰਦੇ ਆ, ਪਰ ਉਹ ਰਿਪੇਅਰ ਸ਼ਕਤੀ ਵੀ ਕਿਸੇ ਹੱਦ ਤੱਕ ਹੈ, ਕਿਸੇ ਹੱਦ ਤੱਕ ਹੈ। ਮੰਨ ਲਓ ਜੇ ਇੰਨਾ ਜ਼ਿਆਦਾ ਇਨੈਮਲ ਘਸ ਗਿਆ ਹੋਇਆ ਕਿ ਨਸਾਂ ਤੱਕ, ਕਾਰਨਰ ਪਲਪ ਤੱਕ ਆ ਗਈ, ਤਾਂ ਡੈਡ ਕਰਨਾ ਪੈਂਦਾ, ਕੈਪ ਚੜਾਉਣਾ ਪੈਂਦਾ। ਹੁਣ ਰਿਪੇਅਰ ਵੀ ਕਿਸੇ ਹੱਦ ਤੱਕ ਹੈ। ਮਤਲਬ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਜੇ ਅਸੀਂ ਪਹਿਲਾਂ ਹੀ ਚੀਜ਼ ਨੂੰ ਗੌਰ ਕਰ ਲਈਏ ਤਾਂ ਸਾਨੂੰ ਜ਼ਿਆਦਾ ਦਿੱਕਤਾਂ, ਇੱਕ ਤਾਂ ਦਿੱਕਤ ਨਹੀਂ ਆਊਗੀ, ਇੱਕ ਤਾਂ ਅਸੀਂ ਖਰਚੇ ਤੋਂ ਬਚਾਂਗੇ, ਦੂਸਰਾ ਸਾਡੀ ਸਿਹਤ ਸਹੀ ਰਹੂਗੀ, ਸਾਡੇ ਆਪ ਦੇ ਦੰਦ ਸਹੀ ਰਹਿਣਗੇ। ਮੈਂ ਇਸ ਗੱਲ ਨੂੰ ਚੈਲੰਜ ਨਾਲ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਜਿੰਨਾ ਮਰਜ਼ੀ ਕੋਈ ਮਰੀਜ਼ ਮਹਿੰਗੇ ਤੋਂ ਮਹਿੰਗਾ ਦੰਦ ਲਵਾ ਲੇ, ਅਸੀਂ ਵੀ ਲਾਉਂਦੇ ਹਾਂ ਦੇਖੋ, ਬਟ ਪਰਮਾਤਮਾ ਦੇ ਦਿੱਤੇ ਦੰਦਾਂ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ। ਇਹ ਗੱਲ ਮੈਂ ਆਪ ਜੀ ਨੂੰ ਸੱਚਾਈ ਦੱਸ ਰਿਹਾ ਆਪ ਜੀ ਮਾਧਿਅਮ ਰਾਹੀਂ। ਸੋ ਇਸ ਕਰਕੇ ਆਰਟੀਫਿਸ਼ੀਅਲ ਚੀਜ਼ ਆਰਟੀਫਿਸ਼ੀਅਲ ਹੀ ਹੈ। ਜਿਤਨੇ ਮਰਜ਼ੀ ਲੋਕੀ ਅੱਜ ਗੋਡੇ ਪਵਾ ਰਹੇ ਹੈ, ਠੀਕ ਹੈ, ਮੁਬਾਰਕ ਹੈ ਜਿਹੜੇ ਪਾ ਰਹੇ ਹੈ ਔਰ ਜਿਹੜੇ ਪਵਾ ਰਹੇ ਹੈ, ਬਟ ਉਹ ਚੀਜ਼ ਨਹੀਂ ਬਣਦੀ ਜੋ ਪਰਮਾਤਮਾ ਦੇ ਦਿੱਤੇ ਗੋਡਿਆਂ ਦੀ ਹੈ। ਇਸੇ ਤਰ੍ਹਾਂ ਹੀ ਹੈ, ਹਰ ਚੀਜ਼ ਦਾ ਦੇਖੋ ਅਲਟਰਨੇਟਿਵ ਹੈਗਾ। ਅੱਖਾਂ ਖਰਾਬ ਹੋ ਗਈਆਂ, ਆਪਾਂ ਲੈਂਸ ਪਾ ਲਿਆ, ਸਾਰਾ ਕੁਝ ਕਰ ਲਿਆ, ਬਟ ਪਰਮਾਤਮਾ ਦੀ ਦਿੱਤੀ ਚੀਜ਼ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ। ਸੋ ਆਪਾਂ ਨੂੰ ਉਸ ਚੀਜ਼ ਨੂੰ ਪਰਵਰਿਸ਼ ਰੱਖਣਾ ਚਾਹੀਦਾ ਹੈ, ਉਹਨੂੰ ਸਾਨੂੰ ਕਾਇਮ ਰੱਖਣਾ ਚਾਹੀਦਾ ਤਾਂ ਕਿ ਅਸੀਂ ਦਿੱਕਤਾਂ ਤੋਂ ਬਚ ਜਾਈਏ। ਬਹੁਤ ਵਿਸਤਾਰ ਨਾਲ ਦੱਸਿਆ ਜੀ ਡਾਕਟਰ ਸਾਹਿਬ, ਪਰ ਨਾਲ ਨਾਲ ਹੁਣ ਇਹ ਵੀ ਦੱਸ ਦਿਓ ਕਿ ਤੁਸੀਂ ਸਨਲਾਈਟ ਦੀ ਗੱਲ ਕੀਤੀ ਵੀ ਆਪਾਂ ਸਨਲਾਈਟ 'ਚ ਜਾਂਦੇ ਨਹੀਂ ਹੈਗੇ। ਸਨ ਲਾਈਟ ਕਿ ਸਨ ਹੀਟ, ਕਿ ਦੋ ਚੀਜ਼ਾਂ ਨੇ ਦਿਮਾਗ ਦੇ ਵਿੱਚ ਇੱਕ ਵੜਿਆ ਹੋਇਆ, ਧੁੱਪ 'ਚ ਜਾਣਾ, ਧੁੱਪ 'ਚ ਲੋਕੀ ਦਿਨ 'ਚ ਵੀ ਤੁਰ ਪੈਂਦੇ ਨੇ। ਥੋੜ੍ਹਾ ਜਿਹਾ ਵੀ ਵਿਸਤਾਰ ਦਿਓ, ਜਿਹੜੀ ਸਨਲਾਈਟ ਦਾ ਮਤਲਬ ਕੀ ਹੈ? ਦੇਖੋ ਸਨਲਾਈਟ ਇੱਦਾਂ ਹੈਗਾ ਕਿ ਦਿਨ ਦੇ ਵਿੱਚ ਵੀ ਆਪਾਂ ਨੂੰ ਥੋੜ੍ਹਾ ਬਹੁਤਾ ਬਾਹਰ ਧੁੱਪ ਦੇ ਵਿੱਚ ਜਾਣਾ ਚਾਹੀਦਾ ਹੈ। ਸਨ ਹੀਟ ਦਾ ਤਾਂ ਇਹ ਹੋ ਗਿਆ ਨਾ ਕਿ ਜਦੋਂ ਸਨ ਹੀਟ ਦੇ ਵਿੱਚ ਦਿੱਕਤ ਇਹ ਹੈ ਕਿ ਆਪਾਂ ਨੂੰ ਅੱਜ ਕੱਲ੍ਹ ਤੁਹਾਨੂੰ ਪਤਾ ਅਲਟਰਾਵਾਇਲਟ ਰੇਜ਼ ਨੇ, ਓਜ਼ੋਨ ਲੇਅਰ ਡਿਪਲੀਸ਼ਨ ਹੋ ਗਈ ਹੈ, ਤਾਂ ਉਹ ਸਾਡੀ ਸਕਿਨ ਨੂੰ ਪ੍ਰੋਬਲਮ ਕਰਦੀ ਹੈ, ਠੀਕ ਹੈ, ਸਕਿਨ ਦੀ ਇਨਫੈਕਸ਼ਨ, ਸਕਿਨ ਦੇ ਵਿੱਚ ਰੈਸ਼ਿਸ, ਹੋਰ ਤਰ੍ਹਾਂ ਦੀ ਦਿੱਕਤਾਂ ਨੇ। ਤਾਂ ਜਿਹੜੀ ਸਨਲਾਈਟ ਹੈ ਇਹ ਸਾਨੂੰ ਵਿਟਾਮਿਨ ਡੀ ਨੂੰ ਭਰਪੂਰ ਮਾਤਰਾ ਵਿੱਚ ਸਾਡੇ ਵਿੱਚ ਪਹੁੰਚਾਉਂਦੀ ਹੈ। ਮਤਲਬ ਸਾਡੇ ਜਿਹੜੇ ਸਕਿਨ ਹੈ, ਸਕਿਨ ਦੇ ਵਿੱਚ ਪੋਰਸ ਨੇ, ਸੈਲਸ ਨੇ, ਸੋ ਉਹ ਜਿਹੜੀਆਂ ਸਾਡੀਆਂ ਮੈਂਬਰਨਸ ਨੇ ਉੱਥੇ ਤੱਕ ਹੈ ਜਿਹੜੇ ਸਨਲਾਈਟ ਪਹੁੰਚ ਕੇ ਸਾਡੀ ਵਿਟਾਮਿਨ ਡੀ ਦੀ ਜਿਹੜੀ ਡੈਪੋਜੀਸ਼ਨ ਆ ਉਹਨੂੰ ਵਧਾਉਂਦੀ ਹੈ, ਜਿਹਦੇ ਨਾਲ ਅਸੀਂ ਬਿਮਾਰੀਆਂ ਤੋਂ ਬਚ ਜਾਂਦੇ ਹਾਂ। ਹੁਣ ਜਿਵੇਂ ਮੰਨ ਲਓ ਕਿਸੇ ਨੂੰ ਕੋਈ ਰੀੜ੍ਹ ਦੀ ਹੱਡੀ ਦਾ ਦਰਦ ਹੈ, ਜਾਂ ਕੋਈ ਮੰਨ ਲਓ ਕੋਈ ਜੁਆਇੰਟਸ ਪੇਨ ਹੈ, ਕੋਈ ਬੈਕ ਪੇਨ ਹੈ, ਸਭ ਤੋਂ ਪਹਿਲਾਂ ਡਾਕਟਰ ਵਿਟਾਮਿਨ ਡੀ ਚੈੱਕ ਕਰਾਉਂਦੇ ਆ। ਜਦੋਂ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਉਹਨੂੰ ਕਹਿੰਦੇ ਭਾਈ ਪਹਿਲਾਂ ਵਿਟਾਮਿਨ ਡੀ ਪੂਰਾ ਕਰਕੇ ਆ, ਫਿਰ ਤੇਰਾ ਇਲਾਜ ਸ਼ੁਰੂ ਕਰਾਂਗੇ। ਸੋ ਕਾਰਨ ਕੀ ਹੁੰਦਾ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਮੰਨ ਲਓ 100 ਚੋਂ 90 ਮਰੀਜ਼ਾਂ ਨਾਲ ਵਿਟਾਮਿਨ ਡੀ ਪੂਰਾ ਕਰਨ ਨਾਲ ਹੀ ਬਿਮਾਰੀ ਹਟ ਜਾਂਦੀ ਹੈ, ਕਿਉਂਕਿ ਕਾਰਨ ਕੀ ਹੈ, ਕਮੀ ਨਾਲ ਪ੍ਰੋਬਲਮ ਸ਼ੁਰੂ ਹੋਈ। ਜਦੋਂ ਕਮੀ ਦੂਰ ਹੋ ਗਈ ਆਪਣਾ ਸਰੀਰ ਠੀਕ ਹੋ ਗਿਆ। ਸੋ ਵਿਟਾਮਿਨ ਡੀ ਸਾਡੇ ਲਈ ਬੇਸਿਕ ਰੋਲ ਹੈ, ਸਾਡੀ ਹੱਡੀਆਂ ਨੂੰ, ਸਾਡੀ ਬੋਨਸ ਨੂੰ, ਸਾਡੇ ਕਾਰਟਿਲੇਜ ਨੂੰ, ਮੈਂਬਰੇਨ ਨੂੰ ਡਿਵੈਲਪ ਕਰਨ ਲਈ ਵਿਟਾਮਿਨ ਡੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜਾ ਸਨਲਾਈਟ ਦੇ ਵਿੱਚ ਭਰਪੂਰ ਮਾਤਰਾ ਵਿੱਚ ਹੋਣਾ ਹੁੰਦਾ ਹੈ। ਚਲੋ ਗਰਮੀਆਂ ਦੇ ਵਿੱਚ ਨਹੀਂ, ਬੰਦਾ ਸਰਦੀਆਂ ਦੇ ਵਿੱਚ ਧੁੱਪ ਲੈ ਲਵੇ, ਬਾਹਰ ਅੰਦਰ ਨਿਕਲ ਕੇ ਹੋਰ ਹੈ। ਸੋ ਸਨਲਾਈਟ ਹੈ ਜਿਹੜਾ ਅੱਜ ਕੱਲ੍ਹ ਬਿਜ਼ੀ ਸ਼ਡਿਊਲ ਹੋਣ ਕਰਕੇ ਲੋਕੀ ਨਹੀਂ ਲੈ ਪਾ ਰਹੇ, ਬਟ ਮੈਂ ਕਹੂੰਗਾ ਕਿਤੇ ਨਾ ਕਿਤੇ ਆਪਣੇ ਸਰੀਰ ਤੋਂ ਉੱਪਰ ਕੁਝ ਨਹੀਂ ਹੈ, ਆਪਣੇ ਲਈ ਟਾਈਮ ਕੱਢਣਾ ਚਾਹੀਦਾ ਹੈ, ਹਰ ਇਨਸਾਨ ਨੂੰ ਕੱਢਣਾ ਚਾਹੀਦਾ ਹੈ। ਸੋ ਸਨਲਾਈਟ ਬਹੁਤ ਜ਼ਰੂਰੀ ਹੈ ਜੀ। ਤੇ ਬੀਪੀ, ਬਲੱਡ ਪ੍ਰੈਸ਼ਰ ਦੇ ਨਾਲ ਜਿਹੜਾ ਦੰਦਾਂ ਦਾ ਕੀ ਸੰਬੰਧ ਹੈ? ਬਲੱਡ ਪ੍ਰੈਸ਼ਰ ਵਾਲੇ ਪੇਸ਼ੈਂਟ ਦੇ ਵੀ ਦੰਦ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ, ਕੀ ਇਹ ਵੀ ਕਾਫੀ ਇਫੈਕਟ ਪੈਂਦਾ? ਦੇਖੋ ਇਸ ਤਰ੍ਹਾਂ ਹੁੰਦਾ ਹੈ, ਬੇਸਿਕਲੀ ਪ੍ਰੋਬਲਮ ਕੀ ਹੈ, ਤੁਸੀਂ ਸੁਣਿਆ ਹੋਊਗਾ ਗਮਸ ਦੀ ਸਵੈਲਿੰਗ, ਮਸੂੜਿਆਂ ਦਾ ਸੋਜਨ ਬੀਪੀ ਨਾਲ ਰਿਲੇਟਡ ਹੈ।
ਜਿਹੜੇ ਬੰਦੇ ਦਾ ਬੀਪੀ ਵਧਿਆ ਹੁੰਦਾ ਹੈ ਜਾਂ ਉਹਦੇ ਕੀ ਹੁੰਦਾ ਹੈ, ਜਿਹੜੇ ਸਾਡੇ ਸੌਫਟ ਟਿਸ਼ੂ ਨੇ ਜਿਹਨੂੰ ਅਸੀਂ ਗਮਸ ਕਹਿੰਦੇ ਆ, ਉਹਦੀ ਸਵੈਲਿੰਗ ਆ ਜਾਂਦੀ ਹੈ। ਜਦੋਂ ਸਵੈਲਿੰਗ ਆ ਜਾਏਗੀ, ਇੱਕ ਨਾ ਤੁਸੀਂ ਇਹ ਦੇਖਿਆ ਹੋਣਾ ਕਿ ਸਾਡੇ ਕੋਲੇ ਜਿੱਦਾਂ ਪੇਸ਼ੈਂਟ ਆਇਆ, ਉਹਦੇ ਦੰਦ ਬਿਲਕੁਲ ਠੀਕ ਹੈ ਬਟ ਉਹਦੇ ਮਸੂੜੇ ਤੇ ਦੰਦਾਂ ਦੇ ਵਿੱਚ ਗੈਪ ਆ ਗਿਆ, ਉਹਦੇ ਵਿੱਚ ਰੋਟੀ ਪਾਣੀ ਫਸ ਰਿਹਾ, ਉਹਨੂੰ ਅਸੀਂ ਪੌਕਟ ਕਹਿੰਦੇ ਆ। ਆਪਣੀ ਲੈਂਗੁਏਜ ਦੇ ਵਿੱਚ ਸਾਡੇ ਪੈਰੀਓਡੋਂਟਿਸਟ ਡਿਪਾਰਟਮੈਂਟ ਹੈ, ਉਹਦੇ ਵਿੱਚ ਅਸੀਂ ਉਹਨੂੰ ਪੌਕਟ ਕਹਿੰਦੇ ਆ। ਤਾਂ ਪੌਕਟ ਪ੍ਰੋਬਲਮ ਬੜੀ ਕਾਮਨ ਹੈ, ਇਤਨੀ ਜ਼ਿਆਦਾ ਪ੍ਰੋਬਲਮ ਹੈ, ਦੰਦ ਠੀਕ ਨੇ, ਨੀਚੇ ਰੂਟ ਠੀਕ ਹੈ ਬਟ ਮਸੂੜਿਆਂ ਦੀ ਇਤਨੀ ਜ਼ਿਆਦਾ ਪ੍ਰੋਬਲਮ ਆ ਗਈ, ਪੌਕਟਾਂ ਬਣ ਗਈਆਂ। ਪੇਸ਼ੈਂਟ ਸਾਰਾ ਦਿਨ ਟੁੱਥਪਿਕ ਲੈ ਕੇ ਜਾਂ ਫਲੋਸ ਲੈ ਕੇ ਲੱਗੇ ਹੀ ਰਹਿੰਦੇ ਆ ਕੁਛ ਨਾ ਕੁਛ ਕੱਢਣ। ਤਾਂ ਉਹ ਸਭ ਤੋਂ ਵੱਡੀ ਇੱਕ ਪ੍ਰੋਬਲਮ ਹੈ ਕਿ ਜਿਹੜੀ ਸਾਡੀ ਪੌਕਟ ਹੈ ਉਹ ਕਾਮਨ ਬਣ ਰਹੀ ਹੈ। ਬੀਪੀ ਹਾਈ ਨਾਲ ਸਾਡੀ ਸੌਫਟ ਟਿਸ਼ੂ ਦੀ ਸਵੈਲਿੰਗ ਆਏਗੀ, ਜਿੱਥੇ ਵੀ ਸੌਫਟ ਟਿਸ਼ੂ ਦੀ ਸਵੈਲਿੰਗ ਆਏਗੀ ਉੱਥੇ ਸਾਡੇ ਪ੍ਰੋਬਲਮ ਆਣਗੀਆਂ। ਸੋ ਇੱਕ ਇਹ ਪ੍ਰੋਬਲਮ ਹੈ। ਦੂਸਰੀ ਪ੍ਰੋਬਲਮ ਇਹ ਹੈ, ਬੀਪੀ ਹਾਈ ਪੇਸ਼ੈਂਟ ਦੇ ਵਿੱਚ ਅਸੀਂ ਦੰਦ ਨਹੀਂ ਕੱਢ ਸਕਦੇ। ਉਹਦਾ ਰੀਜ਼ਨ ਕੀ ਹੈ, ਸਾਨੂੰ ਬੀਪੀ ਨਾਰਮਲ ਚਾਹੀਦਾ ਹੈ। ਇਨ ਕੇਸ ਜੇ ਅਸੀਂ ਬੀਪੀ ਹਾਈ 'ਚ ਉਹਦਾ ਕੱਢਦੇ ਹਾਂ ਤਾਂ ਉਹ ਬਲੱਡ ਦਾ ਪ੍ਰੈਸ਼ਰ ਕਿਤੇ ਨਾ ਕਿਤੇ ਕਿਸੇ ਉਹਦੀ ਬੋਡੀ 'ਤੇ ਨੁਕਸਾਨ ਹੋ ਸਕਦਾ ਹੈ। ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਕਾਊਂਟ ਫੋਰ ਕਰਕੇ ਫਿਰ ਸਾਡਾ ਅਗਲਾ ਜਿਹੜਾ ਇਲਾਜ ਆ ਉਹ ਕਰਨਾ ਪੈਂਦਾ ਹੈ। ਡਾਕਟਰ ਸਾਹਿਬ, ਤੁਸੀਂ ਇੱਕ ਦੱਸਿਆ ਕਿ ਦੰਦ ਯਾਨੀ ਕਿ ਦੰਦ ਜਿਹੜੇ ਨੇ ਉਹ ਪੂਰੀ ਬੋਡੀ ਦਾ ਗੇਟ ਨੇ, ਗੇਟ ਮਤਲਬ ਜਿਹਦਾ ਬੰਦ ਕਰ ਦਿੰਦਾ ਦਰਵਾਜ਼ਾ ਨੇ। ਹੁਣ ਇਹ ਵੀ ਦੱਸ ਦਿਓ ਕਿ ਜਿਹੜੇ ਇਸ ਗੇਟ ਜੇ ਗੇਟ ਨੇ ਤਾਂ ਫਿਰ ਬੋਡੀ ਜਿਹੜੀ ਆ ਪੂਰੀ, ਜੇਕਰ ਕੋਈ ਹੋਰ ਬਿਮਾਰੀ ਜਾਂਦੀ ਹੈ ਤਾਂ ਦੰਦਾਂ 'ਚ ਜੇ ਕੋਈ ਬਿਮਾਰੀ ਹੈ ਤਾਂ ਉਹ ਅੱਗੇ ਪੂਰੀ ਬੋਡੀ ਦੇ ਅੰਦਰ ਵੀ ਅਸਰ ਕਰਦੀ ਹੈ ਪੂਰੀ। ਦੇਖੋ ਜੀ, ਇਹ ਗੱਲ ਤਾਂ ਬਿਲਕੁਲ ਕਲੀਅਰ ਹੈ। 2020 ਦਾ ਜਿਹੜਾ ਇੱਕ ਜਰਨਲ ਆਇਆ ਸੀਗਾ ਏਮਸ ਤੇ ਪੀਜੀਆਈ ਡਿਪਾਰਟਮੈਂਟ ਦਾ, ਉਹਦੇ ਵਿੱਚ ਉਹ ਗੱਲ ਬਿਲਕੁਲ ਕਲੀਅਰ ਕਰ ਚੁੱਕੇ ਹੈ। ਉਹ ਕਹਿੰਦੇ ਕਿ ਜਿਹੜੇ ਪੇਸ਼ੈਂਟਾਂ ਦੇ ਵਿੱਚ ਖਿੜੇਰਾ ਹੁੰਦਾ, ਹੁਣ ਸਾਡੇ ਨਾ ਇੱਕ ਬੜਾ ਵਹਿਮ ਭਰਮ ਇਹ ਫੈਲਿਆ ਹੋਇਆ ਜੀ ਪਬਲਿਕ ਦੇ ਵਿੱਚ ਕਿ ਅਸੀਂ ਦੰਦਾਂ ਦੀ ਸਕੇਲਿੰਗ ਕਰਾਵਾਂਗੇ, ਸਫਾਈ ਕਰਾਵਾਂਗੇ ਤਾਂ ਸਾਡੇ ਦੰਦ ਕਮਜ਼ੋਰ ਹੋ ਜਾਣਗੇ। ਹੁਣ ਕਾਰਨ ਕੀ ਹੈ, ਜਿਹੜਾ ਦੰਦਾਂ ਦੇ ਅੰਦਰ ਖਰੇੜਾ ਹੈ ਜਿਹਨੂੰ ਅਸੀਂ ਕੈਲਕੂਲਸ ਕਹਿੰਦੇ ਹਾਂ ਆਪਣੀ ਲੈਂਗੁਏਜ 'ਤੇ, ਇਹ ਕੈਲਕੂਲਸ ਪੀਲਾ ਜਿਹਾ ਬਿਲਕੁਲ ਠੀਕ ਪੱਥਰ ਵਰਗਾ ਹੁੰਦਾ ਹੈ। ਜਦੋਂ ਇਹ ਅਸੀਂ ਰੋਟੀ ਖਾਂਦੇ ਹਾਂ, ਇਨ ਕੇਸ ਸਾਡੇ ਅੰਦਰ ਚਲਾ ਜੇ, ਸਾਡੀ ਹਾਰਟ ਦੇ ਵਾਲਵ ਦੇ ਵਿੱਚ ਫਸ ਜਾਏ ਤਾਂ ਸਾਨੂੰ ਹਾਰਟ ਅਟੈਕ ਤੱਕ ਆ ਸਕਦਾ ਹੈ। ਸੋ ਇਸ ਕਰਕੇ ਦੰਦਾਂ ਦਾ ਮਤਲਬ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਦੰਦ ਸਫਾਈ ਨਹੀਂ ਰੱਖਾਂਗੇ, ਸਾਨੂੰ ਹਾਰਟ ਦੀਆਂ ਪ੍ਰੋਬਲਮ, ਹੋਰ ਪ੍ਰੋਬਲਮ, ਇੱਥੋਂ ਤੱਕ ਵੀ ਹੁਣ ਤਾਂ ਤੁਸੀਂ ਦੇਖਿਆ ਹੋਣਾ ਹੈ ਕਲੀਨਿਕਸ ਦੇ ਬਾਹਰ ਵੀ ਲਿਖਿਆ ਹੁੰਦਾ ਹੈ ਕਿ ਤੁਹਾਡਾ ਜਿਹੜਾ ਦੰਦ ਹੈ ਉਹ ਕਲੀਨ ਹੋਣੇ ਚਾਹੀਦੇ ਆ ਤਾਂ ਕਿ ਤੁਸੀਂ ਹਾਰਟ ਦੀ ਪ੍ਰੋਬਲਮ ਤੋਂ ਬਚ ਜਾਓ, ਤੁਸੀਂ ਹੋਰ ਪ੍ਰੋਬਲਮਸ ਤੋਂ ਬਚ ਜਾਓ। ਉਹਦਾ ਰੀਜ਼ਨ ਕੀ ਹੈ, ਕਿਉਂਕਿ ਇਹ ਦਰਵਾਜ਼ਾ, ਜੇ ਮੰਨ ਲਓ ਰੋਟੀ ਪਾਣੀ ਖਾਊਗਾ ਬੰਦਾ, ਉਹ ਕੈਲਕੂਲਸ ਖਰੇੜਾ ਅੰਦਰ ਜਾਊਗਾ, ਬਲੋਕੇਜ ਹੋਏਗੀ, ਬਲੋਕੇਜ ਨਾਲ ਪ੍ਰੋਬਲਮ ਆਏਗੀ, ਹੈ ਨਾ। ਫਿਰ ਸਾਨੂੰ ਅੱਗੇ ਆਪਣਾ ਸਰਜਰੀਆਂ ਕਰਾਓ ਜੀ, ਸਟੰਟ ਪਵਾਓ ਜੀ। ਸੋ ਸਾਰੀਆਂ ਚੀਜ਼ਾਂ ਰਿਲੇਟਡ ਨੇ ਦੰਦਾਂ ਨਾਲ, ਜਿਹਨੂੰ ਅਸੀਂ ਇਗਨੋਰ ਕਰਦੇ ਹਾਂ। ਜਦ ਕਿ ਦੰਦ ਨੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਲੋਕੀ ਕਹਿੰਦੇ ਕੋਈ ਗੱਲ ਨਹੀਂ ਜੀ, ਫਿਰ ਕੀ ਹੈ, ਇੱਕ ਦੰਦ ਕਢਾ ਲਾਂਗੇ, ਬਾਕੀ 31 ਹੈਗੇ, 28 ਹੈਗੇ ਹੈ। ਸੋ ਹਰ ਦੰਦ ਦੀ ਆਪਣੀ ਇੰਪੋਰਟੈਂਸ ਹੈ, ਹਰ ਦੰਦ ਦੇ ਨਾਲ ਨਰਵ ਦਾ ਰਿਲੇਸ਼ਨ ਹੈ। ਸਾਨੂੰ ਹਰ ਇੱਕ ਦੰਦ ਦੀ ਸੰਭਾਲ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਮੂਹਰਲਿਆਂ ਦੀ ਕਰ ਲਈ ਜੀ, ਦਿਖਾਉਣ ਲਈ ਹੈ, ਪਿਛਲਿਆਂ ਦੀ ਨਹੀਂ ਕੀਤੀ। ਇਹ ਇੱਕ ਗਲਤ ਗੱਲ ਹੈ। ਜਾੜਾਂ ਖਾਣ ਲਈ ਕੰਮ ਕਰਦੀਆਂ ਨੇ, ਮੂਹਰਲੇ ਦੰਦ ਕੱਟਣ ਲਈ ਕੰਮ ਕਰਦੀਆਂ। ਸੋ ਦੋਨਾਂ ਦਾ ਹੀ ਕੰਮ ਹੈ, ਫਰੰਟ ਵਾਲੇ ਦੰਦਾਂ ਦਾ ਵੀ, ਬੈਕ ਦੰਦਾਂ ਦਾ ਵੀ, ਫਰੰਟ ਤੇ ਬੈਕ ਦੀ ਦੋਨਾਂ ਦਾ ਹੀ ਕੰਮ ਹੈ। ਸੋ ਸਾਨੂੰ ਦੋਨਾਂ ਦਾ ਹੀ ਧਿਆਨ ਰੱਖਣਾ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਜਦੋਂ ਸਟਾਰਟ ਕੀਤਾ ਤਾਂ ਉਦੋਂ ਤੁਸੀਂ ਦੰਦ ਨੂੰ ਚਾਰ ਹਿੱਸਿਆਂ 'ਚ ਵੰਡਿਆ, ਤੇ 4 ਹਿੱਸਿਆਂ ਦੇ ਵਿੱਚ ਵੰਡਣ ਤੋਂ ਬਾਅਦ ਤੁਸੀਂ 2 ਹਿੱਸੇ ਤੁਸੀਂ ਕਹਤੇ ਵੀ 14 ਉੱਪਰ 14 ਥੱਲੇ, ਤੇ ਮੈਂ ਤਾਂ ਸੁਣਿਆ ਸੀ ਵੀ 32 ਦੰਦ ਹੁੰਦੇ, ਤੁਸੀਂ 4 ਕਿੱਧਰ ਗਏ? ਦੇਖੋ, ਇਸ ਤਰ੍ਹਾਂ ਹੁੰਦਾ ਹੈ, ਜਦੋਂ ਚਾਰੋਂ ਦੀ ਚਾਰੋਂ ਅਕਲ ਜਾੜਾਂ ਕਿਸੇ ਪੇਸ਼ੈਂਟ ਦੀ ਆ ਜਾਣ ਤਾਂ ਉਹਦੇ 'ਚ ਆਂਦਾ ਕਹਿੰਦਾ ਇਹ 32 ਦੰਦਾਂ ਵਾਲਾ ਹੈ। ਪਰ ਅਕਲ ਜਾੜਾਂ ਹਰ ਬੰਦੇ ਦੀਆਂ ਚਾਰੋਂ ਨਹੀਂ ਆਉਂਦੀਆਂ। ਕਿਉਂ ਨਹੀਂ ਆ ਰਹੀਆਂ? ਇੱਥੇ ਇਹੀ ਸਵਾਲ ਸੀ ਮੇਰਾ, ਕਿਉਂ ਨਹੀਂ ਆ ਰਹੀ? ਉਹਦਾ ਸਰ ਸਭ ਤੋਂ ਵੱਡਾ ਇਹ ਰੀਜ਼ਨ ਹੈ, ਹੁਣ ਜਿਹੜੇ ਹੈ ਜਬੜੇ ਛੋਟੇ ਹੋ ਗਏ, ਹੁਣ ਦੰਦਾਂ ਦੀਆਂ ਜਿਹੜੀਆਂ ਨਾ ਉਹ ਪ੍ਰੋਪਰ ਨਿਕਲ ਨਹੀਂ ਪਾ ਰਹੇ। ਉਹਦਾ ਕਾਰਨ ਕੀ ਹੈ? ਸਾਡੀ ਡਾਈਟ ਹੈ। ਪਹਿਲਾਂ ਅਸੀਂ ਸਖਤ ਚੀਜ਼ਾਂ ਚਪਦੇ ਸੀ, ਦਾਤਨ ਲਾ ਲਓ, ਹੋਰ ਚੀਜ਼ਾਂ ਲਾ ਲਓ, ਗੰਨੇ ਚੂਪਦੇ ਸੀ, ਛੋਲੇ ਖਾਂਦੇ ਸੀ, ਨਾਰੀਅਲ ਦੀ ਗਿਰੀਆਂ ਖਾਂਦੇ ਸੀ, ਸਾਡਾ ਮਸਲ ਡਿਵੈਲਪ ਹੁੰਦਾ ਸੀ, ਸਾਡਾ ਜਬੜਾ ਚੌੜਾ ਹੁੰਦਾ ਸੀ, ਸਾਡਾ ਜਬੜਾ ਵੱਡਾ ਹੁੰਦਾ ਸੀ, ਸਾਰੇ ਦੀ ਸਾਰੀਆਂ ਜਾੜਾਂ ਸਾਡੀਆਂ ਆ ਜਾਂਦੀਆਂ ਸੀ, ਜਿਹਨੂੰ ਆਪਾਂ ਕਹਿੰਦੇ 32 ਦੰਦਾਂ ਵਾਲਾ। ਵੈਸੇ ਤਾਂ ਅਕਲ ਜਾੜਾਂ ਨੇ ਜਿਹੜੀਆਂ, ਜੇ ਆਪਾਂ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਚੱਲੀਏ, ਖਾਣ ਪੀਣ 'ਚ ਮਦਦ ਨਹੀਂ ਕਰਦੀਆਂ। ਬਾਕੀ 28 ਦੰਦ ਮਦਦ ਕਰਦੇ ਆ, ਖਾਣ ਤੇ ਅਕਲ ਜਾੜਾਂ ਕੰਮ ਖਾਣ ਪੀਣ 'ਚ ਮਦਦ ਨਹੀਂ ਕਰਦੀਆਂ। ਕਾਹਦੇ ਲਈ ਹੁੰਦੀਆਂ ਨੇ? ਇਹ ਸਿਰਫ ਮਸਲ ਨੂੰ ਡਿਵੈਲਪ ਕਰਨ ਲਈ, ਬੇਸਿਕਲੀ ਇਹਨਾਂ ਦਾ ਕੰਮ ਹੈ ਮਸਲ ਡਿਵੈਲਪ ਕਰਨਾ, ਸਾਡੀ ਬੋਨ ਦੀ ਗਰੋਥ ਨੂੰ ਕਰਨਾ। ਜਿਵੇਂ ਆਪਾਂ ਬੱਚਿਆਂ ਦੇ ਵਿੱਚ ਪਿਊਬਰਟੀ ਲੈਵਲ ਤੁਸੀਂ ਸੁਣਿਆ ਹੋਣਾ, ਤਾਂ ਉਹ ਚੀਜ਼ ਹੈ ਜਿਹੜੀ ਬੱਚਿਆਂ ਦੀ ਮੈਂਡੀਬਲ ਦੀ, ਜਬੜੇ ਦੀ, ਮੈਗਜ਼ਿਲਾ ਦੀ ਗਰੋਥ ਵਾਸਤੇ ਬਣੀਆਂ ਹੋਈਆਂ। ਜਦੋਂ ਗਰੋਥ ਹੋ ਜੇ, ਬਾਹਰਲੀ ਸਾਈਡ ਤੁਸੀਂ ਅਮਰੀਕਨ ਸਾਈਡ ਸੁਣਿਆ ਹੋਣਾ ਕਿ ਉਹ ਤਾਂ ਕੱਢ ਹੀ ਦਿੰਦੇ ਆ ਅਕਲ ਜਾੜਾਂ, ਉਹ ਰੱਖਦੇ ਨਹੀਂ। ਤਾਂ ਸਾਡੇ ਵਿੱਚ ਕੀ ਹੈ ਕਿ ਸਾਡੇ ਵਿੱਚ ਇੰਡੀਆ 'ਚ ਇਹ ਇੰਨੀ ਕੁ ਹੈਗਾ ਕਿ ਜਦ ਤੱਕ ਦਿੱਕਤ ਨਹੀਂ ਹੈਗੀ ਤਦ ਤੱਕ ਕਢਾਉਣ ਦੀ ਲੋੜ ਨਹੀਂ। ਜਦੋਂ ਟੇਢੀ ਹੈ ਜਾਂ ਪੇਸ਼ੈਂਟ ਨੂੰ ਪੇਨ 'ਚ ਹੈ, ਟਰਬਲ 'ਚ ਹੈ, ਤਾਂ ਕਢਾਉਣੀ ਪੈਂਦੀ ਹੈ। ਪਰ ਕਾਰਨ ਇਹਦਾ ਕੀ ਹੈ ਕਿ ਚਾਰੋਂ ਤਾਂ ਨਹੀਂ ਆ ਰਹੀਆਂ ਕਿਉਂਕਿ ਜਬੜੇ ਛੋਟੇ ਹੋ ਗਏ, ਖਾਣ ਪੀਣ ਦਾ ਹੋ ਗਿਆ, ਜਬੜੇ ਛੋਟੇ ਹੋ ਗਏ। ਦੂਸਰਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਹੁਣ ਮਤਲਬ ਸਾਡਾ ਜਿਹੜਾ ਹਾਰਡ ਬਾਈਟ ਹੈ ਉਹ ਨਹੀਂ ਕਰਦੇ ਬੱਚੇ। ਹੁਣ ਜੇ ਤੁਸੀਂ ਬੱਚਿਆਂ ਨੂੰ ਕਹੋ ਕਿ ਤੂੰ ਭਾਈ ਨਾਰੀਅਲ ਗਿਲੀ ਖਾ, ਤੂੰ ਹੋਰ ਹਾਰਡ ਚੀਜ਼ਾਂ ਖਾ, ਉਹ ਤਾਂ ਬੱਚੇ ਖਾਉਂਦੇ ਨਹੀਂ। ਕੁਰਕਰੇ, ਚਿਪਸ, ਲੇਸ ਜਿੰਨੇ ਮਰਜ਼ੀ ਦੇਈ ਜਾਓ। ਸੋ ਇਹ ਸਭ ਤੋਂ ਵੱਡੀ ਦਿੱਕਤ ਹੈ ਜੀ। ਡਾਕਟਰ ਸਾਹਿਬ, ਤੁਸੀਂ ਇਹ ਗੱਲ ਕੀਤੀ ਕਿ ਅਕਲ ਜਾੜ ਜਿਹੜੀ ਹੈ, ਇੱਕ ਮੈਂ ਹੁਣ ਤੱਕ ਜਿੱਥੇ ਤੱਕ ਮੈਂ ਸੁਣਿਆ ਵੀ ਅਕਲ ਜਾੜ ਇੱਕ ਸਮੇਂ ਦੇ ਨਾਲ ਆਉਂਦੀ ਆ, ਥੋੜ੍ਹਾ ਜਿਹਾ ਸਮਾਂ ਬੀਤ ਜਾਂਦਾ ਫੇਰ ਆਉਂਦੀ ਹੈ, ਯਾਨੀ ਆਪਾਂ ਜੇ 17-18 ਸਾਲ ਦੇ ਹੋ ਜਾਂਦੇ ਆ ਫੇਰ ਆਉਂਦੀ ਹੈ। ਅਤੇ ਤੁਸੀਂ ਜਬੜਾ ਛੋਟਾ ਹੋਣ ਦੀ ਗੱਲ ਕੀਤੀ ਹੈ, ਕੀ ਆਪਾਂ
ਸਖਤ ਚੀਜ਼ਾਂ ਬੱਚਿਆਂ ਨੂੰ ਬਚਪਨ ਤੋਂ ਹੀ ਦੇਣੀਆਂ ਸ਼ੁਰੂ ਕਰ ਦਈਏ ਵੀ ਇਹ ਚੱਬੋ ਤਾਂ ਕਿ ਜਿਹੜਾ ਉਹਦੀ ਅਕਲ ਜੜ ਆਵੇ ਤੇ ਉਹ ਇੱਕ ਜਬੜਾ ਉਹਦਾ ਡਿਵੈਲਪ ਹੋ ਕੇ ਸਾਹਮਣੇ ਆਵੇ? ਬਿਲਕੁਲ ਜੀ ਬਿਲਕੁਲ, ਛੋਟੇ ਹੁੰਦਿਆਂ ਤੋਂ ਹੀ ਸਾਨੂੰ ਸਖਤ ਚੀਜ਼ਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਤਾਂ ਕਿ ਉਹਦਾ ਮਸਲ ਡਿਵੈਲਪ ਹੋਵੇ। ਕੈਲਸ਼ੀਅਮ ਵਿਟਾਮਿਨ ਡੀ ਸਾਡੇ ਛੋਟੇ ਹੁੰਦਿਆਂ ਤੋਂ ਹੀ ਪੂਰਾ ਰੱਖਣਾ ਚਾਹੀਦਾ ਬੱਚਿਆਂ ਦੇ, ਤਾਂ ਕਿ ਉਹਦੇ ਜਬੜੇ ਦੀ ਦਿੱਕਤ ਨਾ ਆਵੇ ਔਰ ਉਹਦੀ ਅਕਲ ਜੜ ਪ੍ਰੋਪਰ ਆ ਜਾਏ। ਕਿਉਂਕਿ ਇਹ ਹੈ ਕਿ ਜੇ ਸਾਇਲੈਂਟ ਹੈ, ਕੋਈ ਦਿੱਕਤ ਨਹੀਂ ਕਰ ਰਹੀ, ਖਾਣ ਪੀਣ 'ਚ ਮਦਦ ਕਰ ਰਹੀ ਹੈ, ਫਿਰ ਅਕਲ ਜੜ ਨੂੰ ਰੱਖਣਾ ਚਾਹੀਦਾ। ਜੇ ਤੰਗ ਕਰ ਰਹੀ ਹੈ ਤਾਂ ਕੱਢਣਾ ਚਾਹੀਦਾ। ਹਾਂਜੀ। ਤੇ ਹੁਣ ਇਹ ਦੱਸੋ ਕਿ ਦੰਦ ਜਿਹੜੇ ਨੇ ਜਿਨ੍ਹਾਂ ਦੇ ਖਰਾਬ ਹੋ ਚੁੱਕੇ ਨੇ, ਹੁਣ ਇਹ ਤਾਂ ਹੈਗਾ ਵੀ ਆਪਾਂ ਖਰਾਬ ਇਹਨਾਂ ਕਾਰਨਾਂ ਕਰਕੇ ਹੋ ਜਾਂਦੇ ਨੇ, ਤੇ ਜਿਨ੍ਹਾਂ ਦੇ ਦੰਦ ਖਰਾਬ ਹੋ ਗਏ, ਮਤਲਬ ਮੰਨ ਲਓ ਵੀ ਇੱਕ ਬੰਦੇ ਦੇ ਅੰਦਰ ਕੈਵਿਟੀ ਆ ਚੁੱਕੀ ਹੈ, ਤੇ ਕੈਵਿਟੀ ਵਾਲਾ ਬੰਦਾ ਜਿਹੜਾ ਉਹ ਘਰ ਦੇ ਵਿੱਚ ਬਹੁਤ ਸਾਰੀਆਂ ਉਹਨੂੰ ਪ੍ਰੋਬਲਮ ਆ ਰਹੀਆਂ, ਉਹ ਕੁਝ ਘਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਉਹ ਬੈਠਾ ਜਿਹੜਾ ਇਸ ਡਾਕਟਰ ਕੋਲ ਆਉਣ ਤੋਂ ਪਹਿਲਾਂ ਕੁਛ ਚਿਰ ਜਿਹੜਾ ਉਹ ਇਲਾਜ ਕਰ ਸਕਦਾ ਹੈ? ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਤਾਂ ਮਸੂੜਿਆਂ ਦੀ ਉਹਦੀ ਸੋਜਸ਼ ਆ ਰਹੀ ਹੈ ਤਾਂ ਹਲਦੀ ਤੇ ਸਰੋਂ ਦਾ ਤੇਲ ਦਾ ਜਿਹੜਾ ਮਿਸ਼ਰਣ ਹੈ ਉਹਦੇ ਨਾਲ ਮਸੂੜਿਆਂ ਦੀ ਮਸਾਜ ਕੀਤੀ ਜਾ ਸਕਦੀ ਹੈ। ਦੇਸੀ ਘੀ ਸਾਡੇ ਸਾਰਿਆਂ ਘਰਾਂ 'ਚ ਹੁੰਦਾ, ਦੇਸੀ ਘੀ ਦੀ ਮਸਾਜ ਮਸੂੜਿਆਂ ਦੀ ਕੀਤੀ ਜਾ ਸਕਦੀ ਹੈ। ਪਲੱਸ ਸਾਨੂੰ ਮਤਲਬ ਜਿੱਦਾਂ ਕਹਿ ਲਓ ਕਿ ਜਿਵੇਂ ਜਿਹੜੀਆਂ ਚੀਜ਼ਾਂ 'ਚ ਕੈਲਸ਼ੀਅਮ ਹੈ, ਜਿਵੇਂ ਸੋਇਆਬੀਨ ਹੋ ਗਿਆ, ਹੋਰ ਚੀਜ਼ਾਂ ਹੋ ਗਈਆਂ ਹੈ ਨਾ, ਉਹ ਚੀਜ਼ਾਂ ਮਤਲਬ ਸਾਨੂੰ ਲੈਣੀਆਂ ਚਾਹੀਦੀਆਂ ਤਾਂ ਕਿ ਸਾਡੇ ਦੰਦਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਨਾ ਆਵੇ, ਸਾਡਾ ਕੈਲਸ਼ੀਅਮ ਸਹੀ ਰਵੇ ਤਾਂ ਕਿ ਸਾਡੇ ਦੰਦ ਕਾਇਮ ਰਹਿਣ। ਤੇ ਜੇ ਮੰਨ ਲਓ ਕਿ ਦੰਦਾਂ ਦੇ ਵਿੱਚ ਉਹ ਮਤਲਬ ਖਾਲੀ ਹੋ ਗਿਆ ਉਹਦਾ ਦੰਦ, ਜਿਹਨੂੰ ਖੋੜ ਕਹਿੰਦੇ ਨੇ ਪੰਜਾਬੀ 'ਚ, ਉਹ ਆ ਗਈ, ਤੇ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਕੀ ਕਰੇ? ਦੇਖੋ ਜੇ ਉਹ ਖੋੜ ਆ ਗਈ ਤਾਂ ਉਹਨੂੰ ਭਰਾਉਣਾ ਪੈਣਾ, ਉਹਨੂੰ ਆਪਣਾ ਜੇ ਉਹ ਭਰਾ ਲੈਣਗੇ ਤਾਂ ਉਹਦੇ 'ਚ ਉਹਨਾਂ ਦਾ ਇਹ ਬੈਨੀਫਿਟ ਹੈ, ਨਾ ਤਾਂ ਉਹਨਾਂ ਨੂੰ ਦੰਦ ਕਢਾਉਣ ਦੀ ਲੋੜ ਪਏਗੀ, ਪਲੱਸ ਜਿਹੜੇ ਅਗਲੇ ਪਿਛਲੇ ਹੋਰ ਦੰਦ ਆ ਉਹ ਵੀ ਖਰਾਬ ਨਹੀਂ ਹੋਣਗੇ, ਪੇਸ਼ੈਂਟ ਦੇ ਆਪ ਦੇ ਜਿਹੜੇ ਦੰਦ ਆ ਉਹ ਬਚ ਜਾਣਗੇ ਔਰ ਐਨ ਸੁਰੱਖਿਅਤ ਹੋ ਜਾਣਗੇ। ਕੁਦਰਤ ਕੋਲ ਕੋਈ ਐਸਾ ਮੈਕੈਨਿਜ਼ਮ ਹੈ ਜਿਹੜਾ ਵੀ ਦੰਦ ਜੇ ਕੋਈ ਭੁਰ ਜਾਵੇ ਤਾਂ ਆਪਾਂ ਕੁਝ ਇਸ ਤਰ੍ਹਾਂ ਦਾ ਕਰੀਏ, ਖਾਣਾ ਪੀਣਾ ਕਰੀਏ ਵੀ ਜਿਹਦੇ ਨਾਲ ਭੁਰਿਆ ਹੋਇਆ ਦੰਦ ਵੀ ਸੈੱਟ ਹੋ ਸਕਦਾ? ਕਿਉਂਕਿ ਬਹੁਤ ਸਾਰੇ ਜੇਕਰ ਆਪਾਂ ਦੇਖੀਏ ਤਾਂ ਕ੍ਰੀਚਰਸ ਜਾਂ ਜਿਹੜੇ ਆਪਾਂ ਜਿਹੜੇ ਪ੍ਰਾਣੀ ਨੇ ਉਹਨਾਂ ਦੇ ਵਿੱਚ ਇਹ ਜੇ ਮੈਕੈਨਿਜ਼ਮ ਹੈਗਾ ਬਾਡੀ ਦੇ ਅੰਦਰ ਕਿ ਜੇਕਰ ਉਹਨਾਂ ਦੇ ਬਾਡੀ ਦੇ ਅੰਦਰ ਕੁਝ ਕਿਤੇ ਨਾ ਕਿਤੇ ਕੋਈ ਖਰਾਬੀ ਆਉਂਦੀ ਤਾਂ ਉਹ ਆਪਣੇ ਆਪ ਠੀਕ ਕਰ ਦਿੰਦੇ ਨੇ। ਦੇਖੋ ਸਾਰੀਆਂ ਆਪਣਾ ਜਿਹੜੀਆਂ ਹੀਲਿੰਗ ਹੈ ਪਾਵਰ ਉਹ ਸਾਡੀ ਬਾਡੀ ਦੇ ਵਿੱਚ ਬੜੀ ਅੱਛੀ ਰੱਬ ਨੇ ਬਣਾਈ ਹੈ, ਠੀਕ ਹੈ, ਬਟ ਕਾਰਨ ਕੀ ਹੁੰਦਾ ਹੈ ਕਿ ਹਜੇ ਇਸ ਗੱਲ 'ਤੇ ਰਿਸਰਚ ਚੱਲ ਰਹੀ ਹੈ ਕਿ ਜਿਵੇਂ ਅਸੀਂ ਦੰਦਾਂ ਨੂੰ ਫਿਲਿੰਗ ਕਰਦੇ ਹਾਂ, ਫਿਲਿੰਗ ਦੀ ਜਗ੍ਹਾ 'ਤੇ ਅਸੀਂ ਇੱਕ ਮਟੀਰੀਅਲ ਇਹੋ ਜਿਹਾ ਪਾ ਦਾਂਗੇ ਕਿ ਉਹ ਦੰਦ ਆਪਣੇ ਆਪ ਦੰਦ ਵਰਗਾ ਬਣ ਜਾਏਗਾ, ਬਟ ਉਹ ਰਿਸਰਚ ਹਜੇ ਚੱਲ ਰਹੀ ਹੈ, ਉਹ ਹਜੇ ਅੰਡਰ ਪ੍ਰੋਸੈਸ ਦੇ ਵਿੱਚ ਹੈਗਾ, ਉਹ ਰਿਸਰਚਾਂ ਹਜੇ ਚੱਲਦੀਆਂ ਪਈਆਂ, ਬਟ ਉਹ ਹਜੇ ਕਾਮਯਾਬ ਨਹੀਂ ਹੋ ਪਾਈਆਂ। ਜਦੋਂ ਕਾਮਯਾਬ ਹੋ ਜਾਣਗੀਆਂ ਫਿਰ ਅਸੀਂ ਪੇਸ਼ੈਂਟ ਨੂੰ ਕੋਈ ਫਿਲਿੰਗ ਦੀ ਲੋੜ ਨਹੀਂ, ਕੋਈ ਆਰਸੀਟੀ ਦੀ ਲੋੜ ਨਹੀਂ, ਜਿਹੜਾ ਦੰਦ ਖਰਾਬ ਹੋਇਆ ਕਰੂ, ਜਿਸ 'ਚ ਕੈਵਿਟੀ ਕਰੂ ਅਸੀਂ ਉਸ 'ਚ ਪਾ ਦਿਆ ਕਰਾਂਗੇ, ਉਹ ਆਪਣੇ ਆਪ ਦੰਦ ਵਰਗਾ ਦੰਦ ਬਣ ਜਾ ਕਰੇਗਾ। ਹਾਂਜੀ, ਮਤਲਬ ਕਿ ਇੱਕ ਨਵੀਂ ਡਿਵੈਲਪਮੈਂਟ ਹੈ ਜਿਹੜੀ ਕਿ ਹਲੇ ਅੰਡਰ ਪ੍ਰੋਸੈਸ ਹੈ। ਅੰਡਰ ਪ੍ਰੋਸੈਸ ਹੈ, ਇਹ ਚੱਲ ਰਹੀ ਹੈ ਅਮਰੀਕਾ ਦੇ ਵਿੱਚ, ਹੋਰ ਬਾਹਰਲੇ ਦੇਸ਼ਾਂ ਦੇ ਵਿੱਚ ਇਹਦੀ ਰਿਸਰਚ ਚੱਲ ਰਹੀ ਹੈ। ਜਿੱਦਾਂ ਹੀ ਸਕਸੈਸਫੁਲ ਹੋ ਜਾਏਗਾ ਉਸ ਤਰ੍ਹਾਂ ਫਿਰ ਆਪ ਜੀ ਨੂੰ ਦੱਸਿਆ ਜਾਏਗਾ ਜੀ। ਡਾਕਟਰ ਸਾਹਿਬ ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਦੇ ਨਾਲ ਇੰਨੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਡਾਕਟਰ ਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਦੰਦਾਂ ਦੀ ਸੰਭਾਲ, ਦੰਦਾਂ ਦੀ ਬਣਤਰ, ਦੰਦਾਂ ਦੇ ਵਿੱਚ ਖਰਾਬੀਆਂ ਕਿਉਂ ਆਉਂਦੀਆਂ ਨੇ, ਕਿਹੜੇ ਕਾਰਨ ਨੇ ਜਿਹਦੇ ਕਰਕੇ ਸਾਡੇ ਦੰਦ ਜਿਹੜੇ ਨੇ ਉਹ ਸਾਨੂੰ ਕਢਾਉਣ ਤੱਕ ਦੀ ਨੌਬਤ ਆ ਜਾਂਦੀ ਹੈ, ਕਿਹੜੇ ਕਾਰਨ ਨੇ ਜਿਹੜੇ ਕਿ ਅਸੀਂ ਆਪ ਹੀ ਪੁੱਠੇ ਪੰਗੇ ਲੈ ਕੇ ਜਿਹੜਾ ਦੰਦ ਜਿਹੜੇ ਨੇ ਉਹ ਖਰਾਬ ਕਰ ਬੈਠਦੇ ਹਾਂ। ਜੇਕਰ ਦੰਦ ਖਰਾਬ ਨੇ ਤਾਂ ਬਾਡੀ ਦੇ ਅੰਦਰ ਕਿੱਥੇ ਜਾ ਕੇ ਹੋਰ ਉਹ ਜਿਹੜੀਆਂ ਹੋਰ ਖਰਾਬੀਆਂ ਪੈਦਾ ਕਰ ਸਕਦੇ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਜੇਕਰ ਦੰਦਾਂ ਦੇ ਉੱਪਰ ਜਿਹੜਾ ਉਹ ਲੇਅਰ ਬਣੀ ਹੋਈ ਹੈ, ਪੀਲਾ ਕਰੇੜਾ ਜੇ ਜੰਮ ਜਾਂਦਾ ਹੈਗਾ ਤਾਂ ਉਹ ਹਾਰਟ ਅਟੈਕ ਦਾ ਕਾਰਨ ਬਣ ਸਕਦਾ। ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਦੰਦਾਂ ਦੇ ਕਾਰਨ ਜਿਹੜੀਆਂ ਬਾਡੀ ਦੇ ਅੰਦਰ ਪੈਦਾ ਹੁੰਦੀਆਂ ਨੇ। ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਕਾਰਨ ਵੀ ਦੰਦ ਖਰਾਬ ਹੁੰਦੇ ਨੇ, ਜਿਸ ਤਰ੍ਹਾਂ ਐਸਿਡ ਕਾਰਨ ਜੇ ਬਣ ਰਿਹਾ ਬਾਡੀ ਦੇ ਅੰਦਰ, ਜਿਸ ਤਰ੍ਹਾਂ BP ਦੀ ਪ੍ਰੋਬਲਮ ਹੈਗੀ ਹੈ ਤਾਂ ਇਹ ਵੀ ਦੰਦ ਖਰਾਬ ਕਰਦੇ ਨੇ। ਬਹੁਤ ਸਾਰੇ ਕਾਰਨ ਇਹੋ ਜਿਹੇ ਨੇ, ਜੇਕਰ ਆਪਾਂ ਨੂੰ ਓਵਰਆਲ ਜਿਹੜਾ ਸਰੀਰ ਨੂੰ ਜਿਹੜਾ ਉਹ ਦੇਖ ਕੇ ਜਿਹੜੇ ਉਹ ਦੰਦਾਂ ਦੇ ਨਾਲ ਵੀ ਰਿਲੇਟ ਕਰਕੇ ਚੱਲਣਾ ਪੈਣਾ ਤਾਂ ਕਿ ਅਸੀਂ ਦੰਦਾਂ ਨੂੰ ਲੰਮੇ ਸਮੇਂ ਤੱਕ ਜਿਹੜਾ ਅਸੀਂ ਤੰਦਰੁਸਤ ਜਿਹੜੇ ਉਹ ਦੰਦ ਰੱਖ ਸਕੀਏ ਤੇ ਦੰਦਾਂ ਦੀ ਪ੍ਰੋਬਲਮ ਤੋਂ ਆਪਾਂ ਬਚ ਸਕੀਏ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਜੇਕਰ ਡਾਕਟਰ ਸਾਹਿਬ ਵੱਲੋਂ ਦਿੱਤੀ ਜਾਣਕਾਰੀ ਕੁਝ ਬੰਦਿਆਂ ਨੂੰ ਵੀ ਇਸ ਚੀਜ਼ ਦਾ ਲਾਭ ਪਹੁੰਚ ਸਕਿਆ ਤਾਂ ਅਸੀਂ ਇਸ ਵੀਡੀਓ ਨੂੰ ਬਣਾਉਣ ਦੇ ਮਕਸਦ ਨੂੰ ਕਾਮਯਾਬ ਸਮਝਾਂਗੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।